ਠੇਰੀ ਦਾ ਸਿਖਰ ਸੀ, ਸਹਿਮ ਕੀ ਲੱਗਦੀ ਸੀ ਕੁਦਰਤ। ਠੇਰੀ ਦਾ ਸਿਖਰ ਸੀ, ਸਹਿਮ ਕੀ ਲੱਗਦੀ ਸੀ ਕੁਦਰਤ। ਗੁੱਸੇ ਦੇਖ ਕੇ ਸਰਦਾਰ ਨੂੰ ਕੋਈ ਲਾਲ ਅੱਖ ਤਲਵਾਰ ਦੀ ਕਿ ਭਵਕ ਕੇ ਨਿਕਲੀ ਇੱਕ ਆਵਾਜ਼ ਤੰਬੂ ਚੀਰਦੀ। ਖਿੱਚ ਲੈ ਗਈ ਪੰਜਾਂ ਦਾ ਪਰਾਗਾ ਬਾਂਹ ਦਾ ਤਾਰਦੀ। ਖਿੱਚ ਲੈ ਗਈ ਪੰਜਾਂ ਦਾ ਪਰਾਗਾ ਬਾਂਹ ਦਾ ਤਾਰਦੀ। ਤੋ ਪੰਜਾਂ ਨੂੰ ਪਿਲਾ ਕੇ ਜਾਂ ਸਾਕੀ ਨੇ ਸੁਰਜੀਤ ਕਰ ਦਿੱਤਾ। ਪੰਜਾਂ ਨੂੰ ਪਿਲਾ ਕੇ ਜਾਂ ਸਾਕੀ ਨੇ ਸੁਰਜੀਤ ਕਰ ਦਿੱਤਾ ਤਾਂ ਜਨਮ ਦਿੱਤਾ ਖਾਲਸੇ ਦੀ ਅਣਖ ਨੂੰ, ਤਕਦੀਰ ਨੂੰ। ਕੱਲਾ ਇੱਕ ਹੀ ਜਾਂ ਲੱਖ ਅੱਗੇ ਲੜਨ ਜੋਗਾ ਹੋ ਗਿਆ ਤਾਂ ਕਿਤੇ ਜਾ ਕੇ ਤਸੱਲੀ ਹੋਈ ਉਹਦੀ ਸ਼ਮਸ਼ੀਰ। ਮਤਲਬ ਕਿ ਤੁਹਾਡਾ 1939 ਚ ਬਰਥ ਹੋਇਆ, 1947 ਚ ਦੇਸ਼ ਆਜ਼ਾਦ ਹੋਇਆ, 8 ਸਾਲ ਦੀ ਉਮਰ ਸੀ ਤੁਹਾਡੀ ਉਸ ਟਾਈਮ। ਮਤਲਬ ਕਿ ਤੁਹਾਨੂੰ ਉਸ ਟਾਈਮ ਕੋਈ ਯਾਦ ਆ ਕੁਛ? ਜਿੰਨਾ ਕੁ ਯਾਦ ਹੈ ਉਹ ਹੈ ਵੀ ਉਸ ਨੂੰ ਆਜ਼ਾਦੀ ਕਹਿਣ ਦੀ ਬਜਾਏ ਪੰਜਾਬ ਦੇ ਉਜਾੜਾ ਕਿਹਾ ਜਾਏ ਤਾਂ ਜ਼ਿਆਦਾ ਬਿਹਤਰ ਹੈ, ਕਿਉਂਕਿ ਕਰੀਬ 10 ਲੱਖ ਦੇ ਲੋਕ ਉਸ ਸਮੇਂ ਮਾਰੇ ਗਏ। ਪੜ੍ਹਨੇ ਲਈ ਲਿਖਣ ਲਈ ਇੱਕ ਕਾਇਦਾ ਚਾਹੀਦਾ ਸੀ। ਇਸ ਆਪਣੇ ਜੋ ਸਾਨੂੰ ਨੰਦਾ ਚੋਰੋਂ ਮਿਲਣਾ ਸੀ ਉਹ ਅਸੀਂ ਲਿਆ ਕੇ ਆਪਣੇ ਕੋਲ ਖਰੀਦ ਕੇ ਲਿਆਂਦਾ। 4 ਆਨੇ ਦਾ ਮਿਲਿਆ, ਪਰ ਸਾਨੂੰ ਉਹ ਕਾਇਦਾ ਪੜ੍ਹਨਾ ਨਸੀਬ ਨਹੀਂ ਹੋਇਆ ਕਿਉਂਕਿ ਉਸ ਤੋਂ ਉਹ ਘਟਨਾ ਵਾਪਰ ਗਈ 47 ਵਾਲੀ, ਤੇ ਉਸ ਤੋਂ ਪਿੱਛੇ ਉਹ ਕਾਇਦਾ ਵੀ ਉਵੇਂ ਰਿਹਾ। ਤੇ ਉਸ ਤੋਂ ਬਾਅਦ ਤੁਸੀਂ ਲਿਖਣ ਦੀ ਚੇਟਕ ਤੁਹਾਨੂੰ ਕਿਵੇਂ ਲੱਗੀ? ਕਿਹਨਾਂ ਨੂੰ ਤੁਸੀਂ ਮਤਲਬ ਸੁਣਦੇ ਸੀ ਜਾਂ ਪੜ੍ਹਦੇ ਸੀ ਜਾਂ ਕਿੱਦਾਂ? ਕਾਲਜ ਦੇ ਸਮੇਂ 'ਚ FA ਦੀ ਪੰਜਾਬੀ ਦੇ ਸਬਜੈਕਟ 'ਚ ਇੱਕ ਕਿਤਾਬ ਸੀ ਹਲੂਣੇ, ਹਰੀ ਸਿੰਘ ਦਿਲਵਰ ਦੀ ਲਿਖੀ ਹੋਈ। ਉਹਦੇ 'ਚ ਕਹਾਣੀਆਂ ਸੀ ਕਿਸਾਨੀ ਬਾਰੇ ਜਾਂ ਪੇਂਡੂ ਲੋਕਾਂ ਬਾਰੇ, ਪੇਂਡੂ ਮਜ਼ਦੂਰਾਂ ਬਾਰੇ। ਉਹ ਮੈਨੂੰ ਚੰਗੀਆਂ ਲੱਗਦੀਆਂ ਸੀ। ਪੰਜਾਂ ਨੂੰ ਪਿਲਾ ਕੇ ਜਾਂ ਸਾਕੀ ਨੇ ਸੁਰਜੀਤ ਕਰ ਦਿੱਤਾ ਤਾਂ ਜਨਮ ਦਿੱਤਾ ਖਾਲਸੇ ਦੀ ਅਣਖ ਨੂੰ, ਤਕਦੀਰ ਨੂੰ। ਕੱਲਾ ਇੱਕ ਹੀ ਜਾਂ ਲੱਖ ਅੱਗੇ ਲੜਨ ਜੋਗਾ ਹੋ ਗਿਆ ਤਾਂ ਕਿਤੇ ਜਾ ਕੇ ਤਸੱਲੀ ਹੋਈ ਉਹਦੀ ਸ਼ਮਸ਼ੀਰ। ਕੋਈ ਅਜਿਹਾ ਪਾਠਕ ਜਿਸ ਦੇ ਮੈਸੇਜ ਨੇ ਜਾਂ ਤੁਹਾਨੂੰ ਫੋਨ ਰਾਹੀਂ ਕੋਈ ਏਦਾਂ ਦੀ ਗੱਲ ਤੁਹਾਡੇ ਮਨ ਦੇ ਵਿੱਚ ਘਰ ਕਰ ਗਈ ਹੋਵੇ ਜਿਹੜੀ ਅੱਜ ਵੀ ਤੁਹਾਨੂੰ ਯਾਦ ਆ? ਕਹਾਣੀ ਸੀ, ਅਜੀਤ ਅਖਬਾਰ ਨੇ ਛਾਪੀ। ਉਹ ਕਹਾਣੀ ਪੜ੍ਹੀ। ਸੁਸ਼ੀਲ ਕੁਮਾਰ ਨਾਮ ਦਾ ਬੰਦਾ ਮੈਨੂੰ ਟੈਲੀਫੋਨ ਕੀਤਾ ਅੱਡੇ ਉੱਤੇ ਜਾ ਕੇ, ਤਾਂ ਮੈਂ ਉਹਨੂੰ ਪੁੱਛਿਆ ਕੌਣ ਬੋਲਦੇ? ਉਹਨੇ ਆਪਣਾ ਨਾਮ ਤੱਕ ਨਹੀਂ ਦੱਸਿਆ, ਰੋਣ ਲੱਗ ਪਿਆ। ਉਸ ਦੇ ਜੀਵਨ ਨੂੰ ਉਸ ਕਹਾਣੀ ਦੀ ਟੈਕਸਟ ਨਾਲ ਇੰਨਾ ਮਿਲਾਇਆ ਉਹਨੂੰ ਜਾਪਿਆ ਵੀ ਮੇਰੇ ਬਾਰੇ ਕਹਾਣੀ ਲਿਖੀ ਗਈ। ਕਿ ਸਵੈ ਜੀਵਨੀਆਂ ਲਿਖੀਆਂ ਨਹੀਂ ਜਾਂਦੀਆਂ, ਇਹ ਰੋਂਦੀਆਂ ਹਨ। ਲਾਲ ਸਿੰਘ ਦਸੂਹਾ ਜਿਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਜ਼ਿੰਦਗੀ ਦੇ ਸੰਘਰਸ਼, ਮਜ਼ਲੂਮਾਂ, ਆਰਥਿਕ ਤੰਗੀ ਦਾ ਸ਼ਿਕਾਰ ਮਿਹਨਤੀ ਕਾਮਿਆਂ, ਇਮਾਨਦਾਰ ਇਨਸਾਨਾਂ ਵੱਲੋਂ ਘਾਲੀ ਗਈ ਘਾਲਣਾ ਨੂੰ ਆਪਣੀਆਂ ਕਹਾਣੀਆਂ ਵਿੱਚ ਵਾਹ ਕਮਾਲ ਬਿਆਨ ਕੀਤਾ ਹੈ ਅਤੇ ਉਹਨਾਂ ਨੇ ਆਪਣੇ ਸਮੇਂ ਦੇ ਸਮਕਾਲੀ ਅਨੇਕਾਂ ਲੇਖਕਾਂ ਦੇ ਨਾਲ ਰਲ ਬੈਠ ਕੇ ਆਪਣੀ ਸਾਹਿਤਕਾਰੀ ਨੂੰ ਹੋਰ ਪ੍ਰਫੁੱਲਿਤ ਕੀਤਾ ਹੈ। ਹੁਣ ਉਸ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਆਪਣੀ ਸਵੈ ਜੀਵਨੀ ਬੇਸਮਝੀਆਂ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਜਿਹੜੀ ਹੁਣ ਤੁਸੀਂ ਸਵੈ ਜੀਵਨੀ ਪ੍ਰਕਾਸ਼ਿਤ ਕੀਤੀ ਆ, ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦਿੰਦਾ ਆ, ਤੇ ਬਹੁਤ ਪਾਠਕ ਉਹਨੂੰ ਪੜ੍ਹ ਵੀ ਰਹੇ ਆ ਤੇ ਅੱਜ ਸਬੱਬ ਮਿਲਿਆ ਤੁਹਾਡੇ ਕੋਲ ਆਉਣ ਦਾ। ਤੁਸੀਂ ਸਵੈ ਜੀਵਨੀ ਬਾਰੇ ਜ਼ਰੂਰ ਸਾਡੇ ਨਾਲ ਦਰਸ਼ਕਾਂ ਨੂੰ, ਪਾਠਕਾਂ ਨੂੰ ਜ਼ਰੂਰ ਦੱਸਣਾ। ਧੰਨਵਾਦ। ਸਵੈ ਜੀਵਨੀ ਦੀ ਵਧਾਈ ਕਬੂਲ। ਤੇ ਨਾਲ ਹੀ ਸਵੈ ਜੀਵਨੀ ਪਰ ਇੱਕ ਟਿੱਪਣੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਸਵੈ ਜੀਵਨੀਆਂ ਲਿਖੀਆਂ ਨਹੀਂ ਜਾਂਦੀਆਂ, ਇਹ ਰੋਂਦੀਆਂ ਹਨ। ਮਨੁੱਖ ਜਿਹੜਾ ਸਵੈ ਜੀਵਨੀ ਲਿਖਣ ਲਈ ਉਤੇਜਿਤ ਹੁੰਦਾ, ਉਹਨੂੰ ਐਂ ਜਾਪਦਾ ਵੀ ਮੇਰਾ ਜੋ ਲੰਘਿਆ ਆਪਣੇ ਸਮਾਂ ਉਹ ਕਿੰਨਾ ਦਰਦਨਾਕ ਸੀ। ਇਹੋ ਜਿਹਾ ਦਰਦ ਹੰਢਾ ਕੇ ਵੀ ਤੁਸੀਂ ਆਪਣੇ ਪੈਰਾਂ 'ਤੇ ਖੜੋਤੇ ਰਹਿੰਦੇ ਹੋ ਜਾਂ ਆਪਣੇ ਫਿਊਚਰ ਨੂੰ ਉਜਲਾ ਬਣਾਉਣ ਲਈ ਜੋ ਤੁਹਾਡਾ ਉਦੇਸ਼ ਹੈ ਉਹ ਡਾਵਾਡੋਲ ਨਹੀਂ ਹੁੰਦਾ। ਇਸ ਲਈ ਮੈਂ ਇਸ ਨੂੰ ਸਵੈ ਜੀਵਨੀ ਦੀ ਬਜਾਏ ਕੁਝ ਹੋਰ ਐਸਾ ਨਾਮ ਦੇਣਾ ਚਾਹਾਂਗਾ ਜਿਸ ਵਿੱਚ ਨਾ ਤਾਂ ਇਹ ਕ੍ਰੀਏਟਿਵ ਕਹਾਣੀਆਂ ਹਨ ਅਤੇ ਨਾ ਹੀ ਜੀਵਨ ਨਾਲ ਸੰਬੰਧਿਤ ਵਾਰਤਾਵਾਂ। ਇਸ ਨੂੰ ਇਸ ਕਰਕੇ ਦਾ ਨਾਂ ਰੱਖਿਆ ਹੈ ਬੇਸਮਝੀਆਂ ਸਮੈ ਦੀਆਂ ਜੋ ਕਥਾਵਾਂ ਹਨ, ਸਵੈ ਜੀਵਨਿਕ ਕਥਾਵਾਂ, ਆਪਣੇ ਸੰਬੰਧ ਨਾਲ, ਆਪਣੇ ਜੀਵਨ ਨਾਲ ਸੰਬੰਧਿਤ ਇਹ ਜਿਹੀਆਂ ਘਟਨਾਵਾਂ ਦਾ ਇਸ ਵਿੱਚ ਮਜਮੂਆ ਹੈ, ਇਸ ਵਿੱਚ ਜ਼ਿਕਰ ਹੈ ਜਿਨ੍ਹਾਂ ਨੇ ਮੈਨੂੰ ਨਿਰਾਸ਼ ਵੀ ਕੀਤਾ ਅਤੇ ਮੈਨੂੰ ਉਤਸ਼ਾਹਿਤ ਵੀ ਕੀਤਾ ਵੀ ਅੱਗੇ ਜੋ ਕੁਛ ਜਿਹੋ ਜਿਹਾ ਵੀ ਵਾਤਾਵਰਨ ਤੁਹਾਡੇ ਪਾਸ ਹੈ ਉਹਨੂੰ ਉਸ ਹਿਸਾਬ ਨਾਲ ਲਿਖਦੇ ਜਾਓ, ਬਣਾਉਂਦੇ ਜਾਓ। ਅਤੇ ਇਸ ਤਰ੍ਹਾਂ ਇਸ ਸੋਚ ਵਿੱਚੋਂ ਇਹ ਕਿਤਾਬ
ਜੋ ਹੈ ਉਹ ਹੋਂਦ ਵਿੱਚ ਆਈ। ਇਸ ਵਿੱਚ ਕੀ ਹੈ ਇਹ ਤਾਂ ਪਾਠਕਾਂ ਨੇ ਪੜ੍ਹ ਕੇ ਹੀ ਮਹਿਸੂਸ ਕਰਨਾ, ਪਰ ਮੈਂ ਜ਼ਰੂਰ ਇਹ ਕਹਾਂਗਾ ਵੀ ਇਸ ਨੂੰ ਇਸ ਤਰ੍ਹਾਂ ਬਹੁਤ ਹੀ ਸਧਾਰਨ ਢੰਗ ਨਾਲ ਪੜ੍ਹ ਲਿਆ ਜਾਏ, ਅਤੇ ਜੇ ਕੋਈ ਇਹਦੇ 'ਚੋਂ ਚੀਜ਼ ਚੰਗੀ ਲੱਭਦੀ ਦਿਸੇ ਤਾਂ ਉਸ ਨੂੰ ਪ੍ਰਵਾਨ ਕਰ ਲਿਆ ਜਾਏ, ਜੇ ਕੋਈ ਨਾ ਲੱਭਦੀ ਦਿਸੇ ਤਾਂ ਉਸ ਨੂੰ ਬੇਸ਼ੱਕ ਉਸੇ ਤਰ੍ਹਾਂ ਹੀ ਸਿੱਟ ਦਿੱਤਾ ਜਾਏ, ਤਿਆਗ ਦਿੱਤਾ ਜਾਏ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਅਤੇ ਜੇ ਕੋਈ ਇਸ ਤਰ੍ਹਾਂ ਦੀ ਚੀਜ਼ ਤਿਆਗਣਯੋਗ ਹੋਈ ਤਾਂ ਸੂਚਨਾ ਜ਼ਰੂਰ ਦੇਣਾ ਵੀ ਆਹ ਚੀਜ਼ ਵਿੱਚ ਫਾਲਤੂ ਹੈ। ਉਂਝ ਤੁਹਾਨੂੰ ਫਾਲਤੂ ਵਿੱਚ ਕੁਛ ਨਹੀਂ ਲੱਗੇਗਾ। ਇਹ ਇਸ ਦਾ ਇੱਕ ਸਾਰੰਸ਼ ਹੈ। ਮੈਂ ਆਪਣੇ ਬਚਪਨ ਤੋਂ ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਪ੍ਰਾਇਮਰੀ ਸਿੱਖਿਆ ਦੇ ਲੈਣ ਤੋਂ ਪਹਿਲਾਂ ਬੱਚੇ ਨੂੰ ਇੰਨੀ ਸੁਰਤ ਨਹੀਂ ਹੁੰਦੀ ਵੀ ਆਪਣੇ ਜੀਵਨ ਦੀਆਂ ਘਟਨਾਵਾਂ ਯਾਦ ਰੱਖ ਸਕਣ। ਪ੍ਰਾਇਮਰੀ ਸਕੂਲ 'ਚ ਦਾਖਲ ਹੋ ਕੇ ਕੋਈ ਸੋਝੀ ਇੰਨੀ ਕੁ ਵਿਕਸਿਤ ਹੋ ਜਾਂਦੀ ਹੈ ਵੀ ਤੁਸੀਂ ਜੋ ਕੁਛ ਤੁਹਾਡੇ ਨਾਲ ਵਾਪਰਦਾ ਉਸ ਨੂੰ ਯਾਦ ਰੱਖੋ, ਅਤੇ ਜੇ ਉਹ ਚੰਗਾ ਵਾਪਰਦਾ ਤਾਂ ਤੁਹਾਨੂੰ ਚੰਗਾ ਲੱਗੇਗਾ, ਜੇ ਉਹ ਮਾੜਾ ਵਾਪਰਦਾ ਤਾਂ ਤੁਹਾਨੂੰ ਉਹ ਅੱਗੇ ਚੰਗਾ ਬਣਨ ਲਈ ਉਤਸ਼ਾਹਿਤ ਕਰੇਗਾ। ਇਸ ਤਰ੍ਹਾਂ ਦੀਆਂ ਇਸ ਵਿੱਚ 6-7 ਚੈਪਟਰ ਹਨ। ਪਹਿਲਾ ਭਾਗ ਆਪਣੇ ਜੋ ਹੈ ਜੋ ਕਾਲਜ ਦੀ ਵਿੱਦਿਆ ਤੱਕ ਲੈਣ ਦਾ ਸਮਾਂ, ਅਗਲਾ ਭਾਗ ਵਿਹਲੇ ਸਮੇਂ ਨੂੰ ਗੁਜ਼ਾਰਨ ਦੇ ਕਸ਼ਟ ਅਤੇ ਉਹਨਾਂ ਲਈ ਉਹਨਾਂ ਯਤਨਾਂ ਵਿੱਚੋਂ ਲੱਭਿਆ ਇੱਕ ਕੰਮਕਾਜੀ ਸਮਾਂ ਜਿਸ ਦਾ ਜ਼ਿਕਰ, ਜਿਸ ਦਾ ਸੰਬੰਧ ਭਾਖੜਾ ਡੈਮ ਦੀ ਨੌਕਰੀ ਨਾਲ ਹੈ। ਭਾਖੜਾ ਡੈਮ ਵਿੱਚ ਹੁਣ ਰਹਿੰਦਿਆਂ ਜੋ ਕੁਝ ਪ੍ਰਾਪਤ ਕੀਤਾ, ਜੋ ਕੁਝ ਨੁਕਸਾਨ ਹੋਇਆ, ਉਸ ਦਾ ਦੂਜੇ ਚੈਪਟਰ 'ਚ ਜ਼ਿਕਰ ਹੈ। ਤੀਜੇ ਚੈਪਟਰ 'ਚ ਉੱਥੇ ਹੋਈ ਇੱਕ ਘਟਨਾ ਵਰਗੀ ਦੁਰਘਟਨਾ ਸੁਧਾਰਨ ਲਈ ਜੋ ਉਹਨੇ ਯਤਨ ਕਰਨੇ ਪਏ, ਜਲੰਧਰ ਪਹੁੰਚ ਕੇ 9-10 ਸਾਲ, ਉਸ ਦਾ ਜ਼ਿਕਰ ਹੈ ਤੀਜੇ ਚੈਪਟਰ 'ਚ। ਇਸ ਤਰ੍ਹਾਂ ਜਲੰਧਰੋਂ ਮੈਂ ਬਹੁਤ ਕੁਝ ਪ੍ਰਾਪਤ ਵੀ ਕੀਤਾ ਅਤੇ ਉੱਥੇ ਗਵਾਇਆ ਘੱਟ, ਉੱਥੋਂ ਪ੍ਰਾਪਤ ਜ਼ਿਆਦਾ ਕੀਤਾ। ਇਸ ਦਾ ਜ਼ਿਕਰ ਅਗਲੇ ਚੈਪਟਰ 'ਚ ਹੈ। ਉਸ ਤੋਂ ਪਿੱਛੋਂ ਮੈਂ ਪ੍ਰਾਈਵੇਟ ਨੌਕਰੀਆਂ ਜੋ ਮੈਨੂੰ 12-13 ਸਾਲ ਕਰਨੀਆਂ ਪਈਆਂ, ਉਹ ਛੱਡ ਕੇ ਅਧਿਆਪਕੀ ਲਾਈਨ 'ਚ ਇਸ ਕਰਕੇ ਆਇਆ ਵੀ ਉਹਨਾਂ 12-13 ਸਾਲਾਂ ਨੇ ਮੇਰੇ ਅੰਦਰ ਇੱਕ ਐਸੀ ਜਾਗਰਤੀ ਪੈਦਾ ਕਰਤੀ ਸੀ ਵੀ ਇਸ ਤਰ੍ਹਾਂ ਆਪਣਾ ਫਿਊਚਰ ਸੁਧਾਰਨ ਲਈ ਕੁਛ ਨਾ ਕੁਛ ਹਮੇਸ਼ਾ ਯਤਨ ਕਰਦੇ ਰਹਿਣਾ ਚਾਹੀਦਾ। ਅਧਿਆਪਕੀ ਕਿੱਤੇ 'ਚ ਆ ਕੇ ਫਿਰ ਮੈਨੂੰ ਥੋੜ੍ਹਾ ਲਿਖਣ ਪੜ੍ਹਨ ਲਈ ਸਮਾਂ ਜ਼ਿਆਦਾ ਮਿਲਦਾ ਗਿਆ, ਅਤੇ ਉਸ ਸਮੇਂ ਵਿੱਚ ਮੈਂ ਆਪਣੀਆਂ ਕਿਤਾਬਾਂ ਕਹਾਣੀਆਂ ਤੋਂ ਕਵਿਤਾਵਾਂ ਤੋਂ ਸ਼ੁਰੂ ਕੀਤੀਆਂ, ਜਿਹੜੀਆਂ ਮੈਨੂੰ ਇੰਝ ਜਾਪਿਆ ਵੀ ਇਹ ਕਵਿਤਾਵਾਂ ਸਮਕਾਲੀ ਕਵਿਤਾ ਦੀ ਪੱਧਰ ਦੀਆਂ ਨਹੀਂ ਹਨ। ਫਿਰ ਮੈਂ ਉਸ ਨੂੰ ਤਿਆਗ ਕੇ ਕਹਾਣੀ ਵੱਲ ਆਇਆ। ਕਹਾਣੀ ਪਾਠਕਾਂ ਨੇ ਪ੍ਰਵਾਨ ਕੀਤੀ, ਮੈਨੂੰ ਉਤਸ਼ਾਹਿਤ ਕੀਤਾ। ਮੈਂ ਉਸ ਦੀ ਲਗਾਤਾਰਤਾ 1972 ਤੋਂ ਲੈ ਕੇ ਹੁਣ ਤੱਕ ਕਾਇਮ ਰੱਖੀ ਹੈ, ਜਿਸ ਦੇ ਸਿੱਟੇ ਵਜੋਂ 7 ਕਿਤਾਬਾਂ ਕਹਾਣੀ ਦੀਆਂ ਛਪੀਆਂ, ਔਰ ਇੱਕ ਕਿਤਾਬ ਉਹਨਾਂ ਕਹਾਣੀਆਂ ਨੂੰ ਵਰਤਾਰਾ ਦੇਣ ਵਾਲੇ ਜੀਵਨ ਨਾਲ ਸੰਬੰਧਿਤ ਜੋ ਤੁਹਾਡੇ ਹੱਥਾਂ ਵਿੱਚ ਹੈ, ਜਿਸ ਦਾ ਨਾਮ ਹੈ ਬੇਸਮਝੀਆਂ। ਸਰ ਉਹਨਾਂ ਨੇ ਗੱਲ ਕੀਤੀ ਕਿ ਮੈਨੂੰ ਲਗਭਗ 48 ਸਾਲ ਹੋ ਗਏ ਆ ਜਿਹੜੇ ਸਾਹਿਤ ਦੇ ਨਾਲ ਵਿਚਰਦੇ ਆ, ਅਤੇ ਅਸੀਂ ਪ੍ਰਮਾਤਮਾ ਅੱਗੇ ਇਹ ਆਸ ਕਰਦੇ ਹਾਂ ਕਿ 2 ਸਾਲ ਬਹੁਤ ਜਲਦ ਪੂਰੇ ਹੋ ਕੇ 50 ਸਾਲ 'ਤੇ ਤੁਸੀਂ ਗੋਲਡਨ ਜੁਬਲੀ ਮਨਾਓ ਆਪਣੇ ਸਾਹਿਤ ਦੇ ਵਿੱਚ ਆਇਆਂ ਨੂੰ, ਅਤੇ ਅਸੀਂ ਵੀ ਉਹਦਾ ਹਿੱਸਾ ਬਣੀਏ, ਅਤੇ ਹੋਰਾਂ ਨੂੰ ਵੀ ਤੁਸੀਂ ਸਾਹਿਤਕਾਰਾਂ ਨੂੰ ਉਹਦੇ ਵਿੱਚ ਬੁਲਾ ਕੇ ਇੱਕ ਵਧੀਆ ਪ੍ਰੋਗਰਾਮ ਕਰੋ, ਇਹੀ ਅਸੀਂ ਆਸ ਕਰਦੇ ਹਾਂ। ਅਤੇ ਅੱਗੇ ਸਰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਕਿਤਾਬ ਨੂੰ ਪ੍ਰਕਾਸ਼ਿਤ ਹੋਣ ਦੇ ਲਈ ਤੁਹਾਨੂੰ ਵਿਸ਼ੇਸ਼ ਸਹਿਯੋਗ ਕਿਹਨਾਂ ਸਾਹਿਤਕਾਰਾਂ ਦਾ ਜਾਂ ਕਿਹਨਾਂ ਸ਼ਖਸੀਅਤਾਂ ਦਾ ਰਿਹਾ? ਇਹ ਉੱਤਰ ਬੜਾ ਰੌਚਕ ਹੈ, ਕਿਉਂਕਿ ਮੈਨੂੰ ਕਹਾਣੀ ਲਿਖਣ ਦਾ ਜੋ ਉਤਸ਼ਾਹ ਹੈ ਉਹ ਐਸੇ ਇੱਕ ਵਿਅਕਤੀ ਦੀਆਂ ਕਹਾਣੀਆਂ ਪੜ੍ਹ ਕੇ ਮਿਲਿਆ, ਜਿਸ ਦਾ ਜੀਵਨ ਬਹੁਤ ਹੀ ਸੰਘਰਸ਼ਪੂਰਨ ਸੀ ਔਰ ਬਹੁਤ ਹੀ ਸਾਦਾ ਘਰਾਣੇ ਨਾਲ ਸੰਬੰਧਿਤ ਰੱਖਦੇ ਸੀ, ਔਰ ਉਹਨਾਂ ਨੇ ਆਪਣੇ ਦ੍ਰਿੜ ਇਰਾਦੇ ਦੇ ਅਨੁਸਾਰ ਚਲਦਿਆਂ ਪ੍ਰੋਫੈਸਰ ਅਤੇ ਪ੍ਰਿੰਸੀਪਲ ਤੱਕ ਦੀ ਉਪਾਧੀ ਪ੍ਰਾਪਤ ਕੀਤੀ। ਉਹਨਾਂ ਦਾ ਸ਼ੁਭ ਨਾਮ ਹੈ ਪ੍ਰਿੰਸੀਪਲ ਸੁਜਾਨ ਸਿੰਘ। ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਹੀ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ, ਔਰ ਮੈਨੂੰ ਇਹ ਬੜਾ ਖੁਸ਼ੀ ਹੈ ਕਿ ਪ੍ਰਿੰਸੀਪਲ ਸੁਜਾਨ ਸਿੰਘ ਦੇ ਨਾਂ 'ਤੇ ਸ਼ੁਰੂ ਹੋਇਆ ਗੁਰਦਾਸਪੁਰ ਦੀਆਂ ਸਾਰੀਆਂ ਸਭਾਵਾਂ ਵੱਲੋਂ ਜੋੜ ਕੇ
ਇੱਕ ਸਥਾਪਿਤ ਕੀਤਾ ਨਾਮ ਪ੍ਰਿੰਸੀਪਲ ਸੁਸ਼ਾਂਤ ਸਿੰਘ ਅਵਾਰਡ ਵੀ ਮੈਨੂੰ ਉਹਨਾਂ ਕਹਾਣੀਆਂ ਕਰਕੇ ਮਿਲਿਆ, ਕਿਉਂਕਿ ਮੈਂ ਪ੍ਰਿੰਸੀਪਲ ਸੁਸ਼ਾਂਤ ਸਿੰਘ ਦਾ ਬਹੁਤ ਹੀ ਉਪਾਸ਼ਕ ਸਾਂ। ਗੁਰੂ ਜਾਂ ਹੋਰ ਜਿਸ ਨੂੰ ਅਸੀਂ ਰਾਹ ਦਸੇਰਾ ਕਹਿ ਸਕਦੇ ਹਾਂ, ਉਹ ਪ੍ਰਿੰਸੀਪਲ ਸੁਸ਼ਾਂਤ ਸਿੰਘ ਹੈ। ਪਰ ਉਹਨਾਂ ਤੋਂ ਉਪਰੰਤ ਵੀ ਜਿਹੜੇ ਸਾਰੇ ਵੱਡੇ ਲੇਖਕ ਹੈ ਉਹ ਮੇਰੇ ਤਾਲਮੇਲ 'ਚ ਰਹੇ ਜਾਂ ਮੇਰੀਆਂ ਕਹਾਣੀਆਂ ਨੂੰ ਉਤਸ਼ਾਹਿਤ ਕਰਦੇ ਰਹੇ, ਜਿਨ੍ਹਾਂ 'ਚ ਦੂਸਰਾ ਨਾਮ ਡਾਕਟਰ ਰਘਵੀਰ ਸਿੰਘ ਸਿਰਜਣਾ ਦਾ ਹੈ, ਜਿਨ੍ਹਾਂ ਨੇ ਸਾਰੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਜਿਹੜੇ ਉਹਨਾਂ ਵਿੱਚ ਜਿਹੜੇ ਕੋਈ ਗੈਪ ਸੀ ਉਹ ਦੂਰ ਕਰਨੇ ਲਿਆ, ਜਿਹੜੇ ਨਹੀਂ ਸੀ ਗੈਪ ਉਹਨਾਂ ਨੇ ਆਪਣੇ ਰਸਾਲੇ ਸਿਰਜਣਾ 'ਚ ਛਾਪ ਕੇ ਮੇਰੀਆਂ ਕਹਾਣੀਆਂ ਉਹਨਾਂ ਪਾਠਕਾਂ ਤੱਕ ਪੜ੍ਹਾਈਆਂ ਜਿਹੜੇ ਬਹੁਤ ਹੀ ਗੰਭੀਰ ਕਿਸਮ ਦੇ ਪਾਠਕ ਸੀ, ਬਹੁਤ ਹੀ ਸਿਆਣੀ ਕਿਸਮ ਦੇ ਪਾਠਕ ਸੀ। ਸਾਰੇ ਪੰਜਾਬ 'ਚ, ਪੰਜਾਬ ਤੋਂ ਬਾਹਰ ਵੀ ਦੂਜੇ ਦੇਸ਼ਾਂ 'ਚ ਵੀ ਬੈਠੇ ਸੀ। ਇਹਨਾਂ ਤੋਂ ਇਲਾਵਾ ਵੀ ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਉਹ ਸਾਡੇ ਬਹੁਤ ਹੀ ਆਪਣੇ ਵੱਡੇ ਸਾਹਿਤਕਾਰ ਰਾਮ ਸਰੂਪ ਵਣਖੀ ਜੀ, ਜਿਨ੍ਹਾਂ ਦਾ ਇੱਕ ਮਿਸ਼ਨ ਸੀ ਹਰ ਸਾਲ ਇੱਕ ਐਸੀ ਕਿਤਾਬ ਛਾਪਣੀ ਜਿਹਦੇ 'ਚ ਸਾਲ ਭਰ ਦੀਆਂ ਛਪੀਆਂ ਹੋਈਆਂ ਵਧੀਆ ਵਧੀਆ ਕਹਾਣੀਆਂ ਛਾਪਣੀਆਂ। ਉਹਨਾਂ ਨੇ ਲਗਭਗ 22 ਸਾਲ ਇਹ ਕੰਮ ਚਾਲੂ ਰੱਖਿਆ ਔਰ 22 ਕਿਤਾਬਾਂ ਵਿੱਚ ਹੀ ਮੇਰੀ ਕੋਈ ਨਾ ਕੋਈ ਕਹਾਣੀ ਉਹਨਾਂ ਨੇ ਸ਼ਾਮਲ ਕੀਤੀ ਹਰ ਸਾਲ। ਕਿਆ ਬਾਤ ਹੈ। ਇਹ ਰਾਮ ਸਰੂਪ ਵਣਖੀ ਦਾ ਇੱਕ ਵਿਸ਼ੇਸ਼ ਥਾਪੀ ਸੀ ਮੇਰੇ ਮੋਢੇ ਲਈ, ਮੇਰੇ ਸਿਰ 'ਤੇ ਉਹਨਾਂ ਦਾ ਆਸ਼ੀਰਵਾਦ ਵਰਗਾ ਹੱਥ ਸੀ ਜਿਹੜਾ ਉਹਨਾਂ ਨੇ ਇਸ ਉਤਸ਼ਾਹ ਨੂੰ ਕਾਇਮ ਰੱਖਣ ਲਈ ਰੱਖਿਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਆਪਣੇ ਸਾਹਿਤਕ ਪਲੇਟਫਾਰਮ ਤੋਂ ਦੂਰ ਸੱਦਦੇ ਰਹੇ ਹਾਂ ਜਾਂ ਜਿਨ੍ਹਾਂ ਦੇ ਸੱਦੇ 'ਤੇ ਉਹਨਾਂ ਦੇ ਸ਼ਹਿਰਾਂ ਜਾਂਦੇ ਰਹੇ ਹਾਂ, ਉਹਨਾਂ 'ਚ ਵੱਡੇ ਵੱਡੇ ਜੋ ਰਾਈਟਰ, ਲੇਖਕ, ਆਲੋਚਕ ਉਹ ਸਾਰੇ ਸ਼ਾਮਲ ਹਨ। ਉਹਨਾਂ 'ਚ ਜਸਵੰਤ ਸਿੰਘ ਕੰਵਲ ਵੀ ਸ਼ਾਮਲ ਹੈ, ਉਹਨਾਂ 'ਚ ਮੋਹਨ ਭੰਡਾਰੀ ਵੀ ਸ਼ਾਮਲ ਹੈ, ਉਹਨਾਂ 'ਚ ਬਰਿਆਮ ਸੰਧੂ ਵੀ ਸ਼ਾਮਲ ਹੈ। ਇਹ ਸਾਰੇ ਉਸ ਕੈਟਾਗਰੀ 'ਚ ਆਉਂਦੇ, ਉਹਨਾਂ 'ਚ ਜਿਨ੍ਹਾਂ ਨੂੰ ਮੈਂ ਆਪਣੀਆਂ ਕਹਾਣੀਆਂ ਦੇ ਪਾਠਕ ਅਤੇ ਉਪਾਸ਼ਕ ਅਤੇ ਮੈਨੂੰ ਸਹਿਯੋਗ ਦੇਣ ਵਾਲੇ ਵਿਅਕਤੀ ਸਮਝ ਸਕਦਾ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਤੁਸੀਂ ਗੱਲ ਕੀਤੀ ਕਿ ਰਾਮ ਸਰੂਪ ਅਣਖੀ ਜੀ ਨੇ ਜਿਹੜਾ ਆਪਣੀ ਜਦੋਂ ਵੀ ਪ੍ਰਕਾਸ਼ਿਤ ਕਰਦੇ ਸੀ ਕਿਤਾਬਾਂ ਤੁਹਾਨੂੰ ਇੱਕ ਨਿਵੇਕਲਾ ਸਥਾਨ ਦਿੰਦੇ ਸੀਗੇ, ਬੜਾ ਮਾਣ ਦਿੰਦੇ ਸੀਗੇ। ਜਸਵੰਤ ਸਿੰਘ ਕਮਲ ਹੁਣਾਂ ਨੂੰ ਵੀ ਤੁਸੀਂ ਮਿਲੇ ਆ, ਉਹਨਾਂ ਨਾਲ ਰੂਬਰੂ ਵੀ ਹੁੰਦੇ ਰਹੇ ਆ, ਅਤੇ ਤੁਸੀਂ ਸਾਡੇ ਇਲਾਕੇ ਦੇ ਜਿਹੜੇ ਕਹਾਣੀਕਾਰ, ਲੇਖਕ ਆ ਜਾਂ ਸਾਹਿਤਕਾਰ ਆ, ਉਹਨਾਂ ਦੇ ਨਾਮ ਜਾਂ ਉਹਨਾਂ ਬਾਰੇ ਜੋ ਤੁਸੀਂ ਜਾਣਦੇ ਆ ਸਾਨੂੰ ਉਹਨਾਂ ਬਾਰੇ ਜ਼ਰੂਰ ਦੱਸਣਾ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਅਤੇ ਮੇਰਾ ਕਵਿਤਾ ਨਾਲ ਝੁਕਾਓ ਵੀ ਸੁਲਾ ਐਵੇਂ 7 ਬਣ ਗਿਆ। ਸਾਡੇ ਏਰੀਏ ਦੇ ਬਹੁਤ ਹੀ ਸੁਪ੍ਰਸਿੱਧ ਸ਼ਾਇਰ ਚਰਨ ਸਿੰਘ ਸਬਰੀ ਦਾ ਲਿਖਣ ਖੇਤਰ ਧਾਰਮਿਕ ਸੀ ਅਤੇ ਮੇਰੇ ਪਾਸ ਜਦੋਂ ਮੈਂ ਭਾਖੜੇ ਰਹਿੰਦਾ ਹੁੰਦਾ ਸੀ ਅਤੇ ਉਹਨਾਂ ਦੇ ਭਾਖੜੇ ਵਾਲਿਆਂ ਦੇ ਇੱਕ ਰਵਾਇਤ ਸੀ ਵੀ ਸਾਰੇ ਗੁਰਦੁਆਰੇ ਵਾਲੇ, ਸਾਰਿਆਂ ਮੁਹੱਲਿਆਂ ਦੇ ਗੁਰਦੁਆਰੇ ਵਾਲੇ ਕਰੀਬ ਹਰ ਕਿਸੇ ਗੁਰਪੁਰਬ 'ਤੇ ਰਾਤ ਨੂੰ ਕਵੀ ਦਰਬਾਰ ਜ਼ਰੂਰ ਕਰਾਉਂਦੇ ਹੁੰਦੇ ਸੀ। ਉਹਨਾਂ ਕਵੀ ਦਰਬਾਰਾਂ ਵਿੱਚ ਪੰਜਾਬ ਭਰ 'ਤੇ ਵੱਡੇ ਵੱਡੇ ਨਾਮਵਰ ਸਟੇਜੀ ਕਵੀ ਸ਼ਾਮਲ ਹੋਇਆ ਕਰਦੇ ਸੀ, ਜਿਨ੍ਹਾਂ ਵਿੱਚ ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲਗਣ, ਈਸ਼ਰ ਸਿੰਘ ਪਾਈਆ, ਸੁਰਿੰਦਰ ਕੌਰ, ਗੁਰਵੰਤਾ ਰਾਮ ਬੰਤਾ ਔਰ ਆਪਣੇ ਗੁਰਚਰਨ ਮਾਨ, ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਸ਼ਾਇਰ ਉਹ ਸੱਦਦੇ ਹੁੰਦੇ ਸੀ ਅਤੇ ਸਾਨੂੰ ਉਹਨਾਂ ਦਾ ਸ਼ੌਕ ਸੁਣਨ ਦਾ ਸੀ। ਅਤੇ ਉਹ ਸੁਣਦਿਆਂ ਇੱਕ ਦਿਨ ਮੇਰੇ ਵੀ ਧਿਆਨ 'ਚ ਲਿਖਣ ਦਾ ਵਿਚਾਰ ਆਇਆ ਤਾਂ ਮੈਂ ਵੀ ਉਹ ਕਵਿਤਾ ਇਸ ਤਰ੍ਹਾਂ ਦੀ ਲਿਖ ਲਈ ਜਿਸ ਦਾ ਲਗਭਗ ਉਤਾਰਾ ਜੋ ਚਰਨ ਸਿੰਘ ਸਬਰੀ ਦੀਆਂ ਕਵਿਤਾਵਾਂ ਵਰਗਾ ਹੀ ਸੀ। ਅਤੇ ਉਹਨਾਂ ਦੇ ਨਾਲ ਇੱਕ ਵਾਰ ਮੈਂ ਇਹ ਸਟੇਜ 'ਤੇ ਸਾਂਝੀ ਕੀਤੀ ਔਰ ਉਸ ਵਾਰ ਮੇਰੇ ਤੋਂ ਗਾ ਕੇ ਬੋਲ ਹੋ ਗਈ, ਗਲਾ ਠੀਕ ਹੁੰਦਾ ਸੀ ਉਦੋਂ, ਅਤੇ ਮੈਨੂੰ ਸਾਧ ਸੰਗਤ ਨੇ 8 ਰੁਪਏ ਇਨਾਮ ਵੀ ਦਿੱਤਾ। ਇਹ ਉਹ ਪਹਿਲੀ ਕਵਿਤਾ ਦਾ ਅਵਾਰਡ ਸੀ ਮੇਰੇ ਲਈ। ਪਰ ਪਿੱਛੋਂ ਮੈਨੂੰ ਜਾਪਿਆ ਵੀ ਮੈਂ ਧਾਰਮਿਕ ਖੇਤਰ ਦੇ ਸ਼ਾਇਰ ਅੱਜ ਕੱਲ੍ਹ ਮੇਰੇ ਤੋਂ ਬਹੁਤ ਵੱਡੇ ਵੱਡੇ ਨੇ। ਫਿਰ ਮੈਂ ਕਹਾਣੀ ਵੱਲ ਆ ਗਿਆ ਅਤੇ ਕਹਾਣੀ ਵਿੱਚ ਸਾਡੇ ਇਸ ਏਰੀਏ 'ਤੇ ਕੋਈ ਬੰਦਾ ਮੈਨੂੰ ਲੱਭਿਆ ਨਹੀਂ ਜੋ ਕਹਾਣੀ ਲਿਖਦਾ ਹੋਵੇ। ਇਹਨਾਂ ਵਿੱਚੋਂ ਸਾਡੇ ਸਭ ਤੋਂ ਨੇੜੇ ਗੁਰਦਾਸਪੁਰ ਸੀ ਸੁਸ਼ਾਂਤ ਸਿੰਘ, ਉਸ ਤੋਂ ਲਾਗੇ ਕੋਈ ਜਲੰਧਰ ਸੀ
ਪ੍ਰੇਮ ਪ੍ਰਕਾਸ਼, ਬਰਿਆਮ ਸੰਧੂ, ਇਸ ਤੋਂ ਲਾਗੇ ਕੋਈ ਕਹਾਣੀਕਾਰ ਬੰਦਾ ਹੈ ਨਹੀਂ ਸੀ। ਫਿਰ ਮੈਂ ਥੋੜ੍ਹੀ ਕਹਾਣੀ ਲਿਖਣੀ ਸ਼ੁਰੂ ਕੀਤੀ ਅਤੇ ਮੇਰੀ ਰਿਸ਼ਤੇ ਸਾਡੇ ਇੱਥੇ ਇੱਕ ਦੋ ਬੰਦੇ ਕਹਾਣੀ ਲਿਖਣ ਲਈ ਜਿਨ੍ਹਾਂ ਨੇ ਯਤਨ ਕੀਤੇ, ਉਹਨਾਂ 'ਚ ਪੰਮੀ ਦਵੇਦੀ ਹੈ ਟਾਂਡੇ ਤੋਂ, ਉਹ ਵੀ ਕਹਾਣੀ ਲਿਖਦਾ। ਇੱਥੇ ਇੱਕ ਧਰਮਪਾਲ ਸਾਹਿਲ ਸੀ ਤਰਵਾੜੇ, ਅੱਜ ਕੱਲ੍ਹ ਹੁਸ਼ਿਆਰਪੁਰ ਚਲੇ ਗਏ, ਉਹਨਾਂ ਨੇ ਵੀ ਕਹਾਣੀ ਲਿਖਣ ਤੋਂ ਮੇਰੇ ਲੇਖਣੀ ਤੋਂ ਉਤਸ਼ਾਹਿਤ ਹੋ ਕੇ, ਸ਼ਾਇਦ ਕਹਿ ਨਹੀਂ ਸਕਦਾ, ਥੋੜ੍ਹਾ ਅੱਜ ਕੱਲ੍ਹ ਉਹਦਾ ਜੋੜ ਹੋਰ ਤਰ੍ਹਾਂ ਦਾ, ਪਰ ਮੈਂ ਜ਼ਰੂਰ ਕਹਿੰਦਾ ਵੀ ਜੇ ਮੈਨੂੰ ਨਾ ਟੱਕਰਦਾ ਤਾਂ ਉਹ ਲੇਖਕ ਨਹੀਂ ਸੀ ਬਣ ਸਕਦਾ। ਉਸਨੇ ਵੀ ਕਹਾਣੀ ਲਿਖਣੀ ਮਿਲਣੀ। ਅਤੇ ਸਾਡੇ ਇੱਥੇ ਕਹਾਣੀ ਲੇਖਕਾਂ ਵਿੱਚ ਸਿਰਫ ਪੰਮੀ ਦਵੇਦੀ ਹੀ ਸ਼ਾਮਲ ਹੈ। ਅਤੇ ਅੱਜ ਕੱਲ੍ਹ ਇੱਕ ਰਜਿੰਦਰ ਸਿੰਘ ਢੱਡਾ, ਆਪਣੇ ਆਲੂ ਬੁਲੋਹਾਲ ਦੇ ਲਾਗੇ ਪਿੰਡ ਹੈ, ਆਲੋਵਾਲ ਬੁਲੋਹਾਲ ਦੇ ਲਾਗੇ ਪਿੰਡ, ਉੱਥੋਂ ਦਾ, ਉਹ ਵੀ ਪਹਿਲੇ ਸਮਿਆਂ 'ਚ ਕਹਾਣੀ ਲਿਖਦਾ ਹੁੰਦਾ ਸੀ। ਪਿੱਛੋਂ ਨੇ ਜੋ ਦਫ਼ਤਰ DO ਦਫ਼ਤਰ 'ਚ ਡਿਊਟੀ ਉਹਨੂੰ ਐਸੀ ਮਿਲ ਗਈ, ਜੋ ਆਪਣੇ ਖੇਡਾਂ ਦੇ ਵਿਭਾਗ 'ਚ, ਉਹਨੂੰ ਲਿਖਣ ਦਾ ਕੰਮ ਉਹਨੂੰ ਥੋੜ੍ਹਾ ਤਿਆਗਣਾ ਪਿਆ। ਅੱਜ ਕੱਲ੍ਹ ਰਿਟਾਇਰ ਹੋ ਕੇ ਉਹ ਫਿਰ ਕਹਾਣੀ ਲਿਖਣ ਦੇ ਖੇਤਰ 'ਚ ਆਇਆ, ਰਜਿੰਦਰ ਢੱਡਾ। ਹੁਣ ਉਸਦੀ ਦੂਜੀ ਕਿਤਾਬ ਵੀ ਛਪ ਗਈ ਆ, ਜਿਸ ਦਾ ਇੱਕ ਨਾਵਲ ਹੈ ਅਤੇ 2 ਕਹਾਣੀਆਂ ਦੀਆਂ ਕਿਤਾਬਾਂ। ਇਹ ਸਾਡੇ ਇੱਥੇ ਲੋਕੋ ਦੇ ਅਲੱਗ ਇਲਾਕੇ ਦੇ ਕਹਾਣੀਕਾਰ ਨੇ। ਅਤੇ ਸ਼ਾਇਰ ਤਾਂ ਹੈ, ਸ਼ਾਇਰੀ ਦਾ ਆਪਣਾ ਖੇਤਰ ਹੈ, ਉਹਨਾਂ ਦਾ ਤਾਂ ਚਲੋ ਇਸ ਕੇ ਨਾਲ ਸੰਬੰਧ ਬਹੁਤਾ ਜੁੜਦਾ ਨਹੀਂ, ਪਰ ਉਹ ਫਿਰ ਵੀ ਉਹ ਸਾਰੀਆਂ ਮੇਰੇ ਕਹਾਣੀਆਂ ਦੇ ਉਪਾਸ਼ਕ ਅਤੇ ਮੈਨੂੰ ਮੇਰੇ ਪਾਠਕ ਹਨ, ਉਹਨਾਂ ਦਾ ਵੀ ਸਾਰਾ ਧੰਨਵਾਦ ਕਰਨਾ ਬਣਦਾ। ਅੱਜ ਦੇ ਨੌਜਵਾਨ ਜੋ ਲਿਖਦੇ ਆ ਉਹਨਾਂ ਲਈ ਸੰਦੇਸ਼ ਲਵਾਂਗੇ, ਕਹਾਣੀਕਾਰ ਲਾਲ ਸਿੰਘ ਦਸੂਹਾ ਜੀ ਸਾਨੂੰ ਦੱਸਣਗੇ। ਦੋਸਤੋ, ਨੌਜਵਾਨ ਪੀੜ੍ਹੀ ਅੱਜ ਕੱਲ੍ਹ ਕੁਰਾਹੇ ਪੈ ਚੁੱਕੀ ਨਹੀਂ, ਪਾਈ ਗਈ ਹੈ। ਉਸ ਦੇ ਵੱਖਰੇ ਕਾਰਨ ਨੇ, ਉਹ ਕਿਤੇ ਵੱਖਰੇ ਸਮੇਂ ਡਿਸਕਸ ਕਰਾਂਗੇ, ਪਰ ਫਿਰ ਵੀ ਜੋ ਇਸ ਕੁਰਾਹੇ ਵਿੱਚੋਂ ਵੀ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਇਸ ਕੁਰਾਹੇ ਤੋਂ ਬਚ ਕੇ ਆਪਣਾ ਨਵੇਕਲਾ ਜੀਵਨ ਜੋ ਜਿਉਂਦੇ ਆ, ਅਤੇ ਜੋ ਕੁਛ ਉਹ ਜਿਉਂਦੇ ਆ ਉਹ ਆਪਣੇ ਸ਼ਬਦਾਂ ਰਾਹੀਂ ਪ੍ਰਗਟ ਕਰਕੇ ਉਹ ਦੂਸਰੇ ਆਪਣੇ ਸਾਥੀਆਂ ਲਈ, ਉਹਨਾਂ ਨੂੰ ਉਤਸ਼ਾਹ ਦੇਣ ਲਈ, ਉਹਨਾਂ ਨੂੰ ਚੰਗੇ ਰਾਹ ਪਾਉਣ ਲਈ ਉਹ ਲਿਖਦੇ ਵੀ ਆ ਅਤੇ ਉਹਨਾਂ ਤੱਕ ਪਹੁੰਚਦੇ ਵੀ ਆ। ਇਸ ਤਰ੍ਹਾਂ ਇਹ ਇੱਕ ਬਹੁਤ ਹੀ ਐਸਾ ਸੁਭਾਗਾ ਖੇਤਰ ਹੈ ਜਿੱਥੋਂ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ। ਤਾਂ ਇਸ ਤਰ੍ਹਾਂ ਦੀ ਇੱਕ ਜੋਟੀ, ਇਸ ਤਰ੍ਹਾਂ ਦਾ ਇੱਕ ਟੋਲੀ, ਇਸ ਤਰ੍ਹਾਂ ਦਾ ਇੱਕ ਵਾਤਾਵਰਨ, ਇਸ ਤਰ੍ਹਾਂ ਦਾ ਇੱਕ ਸਫੀਅਰ ਬਣਾਓ ਜਿਸ ਵਿੱਚ ਤੁਹਾਨੂੰ ਇਹ ਕਹਿਣ ਨੌਜਵਾਨ ਹਨ ਜਿਨ੍ਹਾਂ ਤੋਂ ਚੰਗੇ ਭਵਿੱਖ ਦੀ ਆਸ ਰੱਖਣੀ। ਸਾਡੇ ਸਿਆਣਿਆਂ ਬੰਦਿਆਂ ਲਈ, ਜੋ ਤੋਂ ਛੋਟੇ ਬੱਚਿਆਂ ਲਈ, ਜਿਹੜੇ ਜੇ ਛੋਟੇ ਹਨ ਉਹ ਤੁਹਾਡੇ ਤੋਂ ਉਤਸ਼ਾਹ ਲੈਣ ਦੀ ਜੇ ਪ੍ਰੇਰਿਤ ਹੋਣਗੇ। ਇਹ ਮੇਰਾ ਇੱਕ ਛੋਟਾ ਜਿਹਾ ਜੋ ਹੈ ਇਲਤਜਾ ਹੈ ਤੁਹਾਡੇ ਸਾਹਮਣੇ। ਇਹ ਸਾਨੂੰ ਦੱਸੋ ਕਿ ਤੁਹਾਡਾ ਜਨਮ ਕਿੱਥੇ ਤੇ ਕਦੋਂ ਹੋਇਆ? ਮੇਰਾ ਜਨਮ 1939 'ਚ ਪਿੰਡ ਝੱਜਾਂ, ਬਲਾਕ ਦਸੂਹਾ ਵਿਖੇ ਹੋਇਆ, ਮਿਸਤਰੀਆਂ ਦੇ ਘਰ। ਮੇਰੇ ਪਿਤਾ ਦਾ ਨਾਮ ਸਰਦਾਰ ਸੁਰੈਣ ਸਿੰਘ ਔਰ ਮਾਤਾ ਦਾ ਨਾਮ ਮਹਿੰਦਰ ਕੌਰ ਸੀ, ਔਰ ਉਹ ਬੜੇ ਕਿਰਤੀ ਪਰਿਵਾਰ ਨਾਲ ਸੰਬੰਧਿਤ ਸੀ। ਔਰ ਕਿਰਤੀਆਂ ਦੇ ਕੋਲ ਉਸ ਸਮੇਂ ਜਿੰਨੇ ਕੁ ਸਾਧਨ ਹੁੰਦੇ ਸੀ, ਉਹਨਾਂ ਸਾਧਨਾਂ ਨਾਲ ਹੀ ਸਾਨੂੰ ਉਹਨਾਂ ਨੇ ਥੋੜ੍ਹਾ ਬਹੁਤ ਪੜ੍ਹਾਇਆ, ਅਤੇ ਬਾਕੀ ਤਾਂ ਅਸੀਂ ਆਪਣੇ ਯਤਨਾਂ ਨਾਲ ਅਗਲੀ ਪੜ੍ਹਾਈ ਕਾਇਮ ਰੱਖੀ। ਇਹ ਬਚਪਨ ਬਾਰੇ ਕੋਈ ਬਹੁਤ ਵੱਡੀਆਂ ਇਸ ਤਰ੍ਹਾਂ ਦੀਆਂ ਮੱਲਾਂ ਨਹੀਂ ਮਾਰੀਆਂ, ਨਾ ਹੀ ਮਾਰਨ ਦੀ ਯੋਗਤਾ ਸਾਡੀ ਫੈਮਿਲੀ ਕੋਲ ਸੀ। ਠੀਕ ਹੈ ਜੀ, ਧੰਨਵਾਦ। ਮਤਲਬ ਕਿ ਤੁਹਾਡਾ 1939 'ਚ ਬਰਥ ਹੋਇਆ, 1947 'ਚ ਦੇਸ਼ ਆਜ਼ਾਦ ਹੋਇਆ, 8 ਸਾਲ ਦੀ ਉਮਰ ਸੀ ਤੁਹਾਡੀ ਉਸ ਟਾਈਮ। ਮਤਲਬ ਕਿ ਤੁਹਾਨੂੰ ਉਸ ਟਾਈਮ ਕੋਈ ਯਾਦ ਆ ਕੁਛ? ਉਮਰ 8.5 ਸਾਲ ਤਾਂ ਸੀ, ਔਰ ਜਿੰਨਾ ਕੁ ਯਾਦ ਹੈ ਉਹ ਹੈ ਵੀ ਉਸ ਨੂੰ ਆਜ਼ਾਦੀ ਕਹਿਣ ਦੀ ਬਜਾਏ ਪੰਜਾਬ ਦੇ ਉਜਾੜਾ ਕਿਹਾ ਜਾਏ ਤਾਂ ਜ਼ਿਆਦਾ ਬਿਹਤਰ ਹੈ, ਕਿਉਂਕਿ ਕਰੀਬ 10 ਲੱਖ ਦੇ ਲੋਕ ਉਸ ਸਮੇਂ ਮਾਰੇ ਗਏ ਇੱਧਰੋਂ ਉੱਧਰ ਆਉਂਦੇ, ਔਰ ਸਾਰੇ ਆਉਣ ਜਾਣ ਵਾਲੇ ਜਾਂ ਤਾਂ ਕਿਸਾਨ ਸਨ ਜਾਂ ਕਿਰਤੀ ਸਨ। ਕਿਸੇ ਮਹਾਰਥੀ ਦਾ ਕੁਛ ਨਹੀਂ ਵਿਗੜਿਆ ਜਿਨ੍ਹਾਂ ਨੇ ਉਹ ਉਜਾੜਾ ਪਵਾਇਆ। ਤਾਂ ਉਸ ਸੰਬੰਧ ਵਿੱਚ ਸਾਡੇ ਪਰਿਵਾਰ ਦੇ 3 ਜੀਅ ਵੀ ਉੱਧਰੋਂ ਆ ਚੁੱਕੇ ਸੀ, ਉਸ ਬੱਚਾ ਉਜਾੜੇ ਤੋਂ ਬਚਦੇ ਹੋਏ। ਤਾਂ ਉਸ ਸਮੇਂ ਜੋ ਸਾਡੇ ਪਿੰਡਾਂ ਦੇ ਲੋਕ ਸੀ ਉਹ ਕਿਰਤੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਇਹ ਆਪਣਾ ਜੋ ਕੋਈ ਹੈ ਉਹ ਜਿੰਨਾ ਕੁ ਉਹਨਾਂ ਦੀ ਹਿੰਮਤ ਸੀ ਉਸ ਨੂੰ
ਉਹਦੇ ਅਨੁਸਾਰ ਔਰ ਆਪਣੇ ਕੰਮ ਕਰਦੇ ਗਏ ਔਰ ਜੋ ਕੁਝ ਸਾਨੂੰ ਦੇ ਸਕਦੇ ਸੀ ਉਹ ਦਿੰਦੇ ਗਏ। ਠੀਕ ਹੈ ਜੀ, ਠੀਕ ਹੈ। ਤੇ ਤੁਹਾਡੀ ਪੜ੍ਹਾਈ ਮਤਲਬ ਕਿੱਥੇ ਦੀ ਆ, ਤੇ ਉਹਦੇ ਬਾਰੇ ਸਾਨੂੰ ਜ਼ਰੂਰ ਦੱਸਣਾ ਕਿ ਜਦੋਂ ਆਜ਼ਾਦੀ ਮਿਲੀ ਆ 47 ਦੇ ਵਿੱਚ, ਉਦੋਂ ਤੁਸੀਂ ਕਿਹੜੀ ਜਮਾਤ ਦੇ ਵਿੱਚ ਪੜ੍ਹਦੇ ਸੀ? ਉਦੋਂ ਮੈਂ ਪਹਿਲੀ ਜਮਾਤ ਪਾਸ ਕਰ ਚੁੱਕਾ ਸੀ। ਬਡਾਲੇ ਪ੍ਰਾਇਮਰੀ ਸਕੂਲ ਸੀ, ਇਸਲਾਮੀਆ ਪ੍ਰਾਇਮਰੀ ਸਕੂਲ ਸ਼ਾਇਦ ਉਸ ਦਾ ਨਾਮ ਸੀ। ਤੇ ਇੱਕ ਦੂਜੀ ਜਮਾਤ ਵਿੱਚ ਪੜ੍ਹਨੇ ਲਈ ਲਿਖਣ ਲਈ ਇੱਕ ਕਾਇਦਾ ਚਾਹੀਦਾ ਸੀ। ਇਸ ਆਪਣੇ ਜੋ ਸਾਨੂੰ ਨੰਦਾ ਚੋਰੋਂ ਮਿਲਣਾ ਸੀ, ਅੱਛਾ ਜੀ। ਉਹ ਅਸੀਂ ਲਿਆ ਕੇ ਆਪਣੇ ਕੋਲ ਖਰੀਦ ਕੇ ਲਿਆਂਦਾ। 4 ਆਨੇ ਦਾ ਮਿਲਿਆ, ਪਰ ਸਾਨੂੰ ਉਹ ਕਾਇਦਾ ਪੜ੍ਹਨਾ ਨਸੀਬ ਨਹੀਂ ਹੋਇਆ ਕਿਉਂਕਿ ਉਸ ਤੋਂ ਉਹ ਘਟਨਾ ਵਾਪਰ ਗਈ 47 ਵਾਲੀ, ਤੇ ਉਸ ਤੋਂ ਪਿੱਛੇ ਉਹ ਕਾਇਦਾ ਵੀ ਉਵੇਂ ਰਿਹਾ। ਫਿਰ ਨਵੇਂ ਸਿਰੋਂ ਜੋ ਪੜ੍ਹਾਈ ਸ਼ੁਰੂ ਹੋਈ ਉਹ ਨਵੇਂ ਸਿਰੋਂ ਛਪੇ ਕਾਇਦੇ ਅਨੁਸਾਰ 1939 ਤੋਂ ਲੈ ਕੇ 40 1939 ਤੋਂ ਲੈ ਕੇ 4 ਸਾਲ 'ਚ ਮੈਂ ਉੱਥੇ ਪ੍ਰਾਇਮਰੀ ਪਾਸ ਕੀਤੀ। ਤੋਂ 5ਵੇਂ ਸਾਲ 'ਚ 5ਵੀਂ ਜਮਾਤ 'ਚ ਸਰਕਾਰੀ ਖਾਲਸਾ ਹਾਈ ਸਕੂਲ ਸਰਿਆਲੇ ਜਾ ਕੇ ਦਾਖਲ ਹੋ ਗਏ। ਉਹ ਵੀ ਪਿੰਡ ਤੋਂ 2-3 ਕਿਲੋਮੀਟਰ ਦੀ ਦੂਰੀ 'ਤੇ ਸੀ। ਉੱਥੋਂ 10ਵੀਂ ਪਾਸ ਕੀਤੀ। 10ਵੀਂ ਪਾਸ ਕਰਕੇ ਤੋਂ 2 ਜਮਾਤਾਂ ਗਵਰਨਮੈਂਟ ਕਾਲਜ ਟਾਂਡੇ ਆ ਕੇ FA ਦੀਆਂ ਪਾਸ ਕੀਤੀਆਂ। ਬਸ ਇੰਨੀ ਕੀ ਪੜ੍ਹਾਈ ਦੀ ਸਮਰੱਥਾ ਘਰਦਿਆਂ ਕੋਲ ਸੀ, ਇੰਨੀ ਕੀ ਮੈਂ ਕਰ ਸਕਿਆ, ਬਾਕੀ ਆਪਣੇ ਯਤਨਾਂ ਨਾਲ ਅੱਗੇ ਕੀਤੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤੇ ਉਸ ਤੋਂ ਬਾਅਦ ਤੁਸੀਂ ਲਿਖਣ ਦੀ ਚੇਟਕ ਤੁਹਾਨੂੰ ਕਿਵੇਂ ਲੱਗੀ ਕਿ ਇਹਨਾਂ ਨੂੰ ਤੁਸੀਂ ਮਤਲਬ ਸੁਣਦੇ ਸੀ ਜਾਂ ਪੜ੍ਹਦੇ ਸੀ ਜਾਂ ਕਿੱਦਾਂ? ਕਾਲਜ ਦੇ ਸਮੇਂ 'ਚ FA ਦੀ ਪੰਜਾਬੀ ਦੇ ਸਬਜੈਕਟ 'ਚ ਇੱਕ ਕਿਤਾਬ ਸੀ ਹਲੂਣੇ, ਹਰੀ ਸਿੰਘ ਦਿਲਵਰ ਦੀ ਲਿਖੀ ਹੋਈ। ਉਹਦੇ 'ਚ ਕਹਾਣੀਆਂ ਸੀ ਕਿਸਾਨੀ ਬਾਰੇ ਜਾਂ ਪੇਂਡੂ ਲੋਕਾਂ ਬਾਰੇ, ਪੇਂਡੂ ਮਜ਼ਦੂਰਾਂ ਬਾਰੇ। ਉਹ ਮੈਨੂੰ ਚੰਗੀਆਂ ਲੱਗਦੀਆਂ ਸੀ, ਪਰ ਮੈਂ ਉਸ ਆਪਣੇ ਸ਼ੌਕ ਨੂੰ ਉਸ ਨਾਲ ਆਪਣਾ ਲਿਖਣ ਦਾ ਸ਼ੌਕ ਨਹੀਂ ਪਾਲ ਸਕਿਆ। ਪਿੱਛੋਂ ਜੋ ਮੈਨੂੰ ਜ਼ਿੰਦਗੀ ਦੇ ਥਪੇੜੇ ਖਾਣੇ ਪਏ, ਉਹਨਾਂ ਦੇ ਅਨੁਸਾਰ ਮੈਂ ਭਾਖੜਾ ਨੰਗਲ 58 ਵਿੱਚ ਜਾ ਕੇ ਇੱਕ ਨੌਕਰੀ ਕੀਤੀ। ਉਸ ਨੌਕਰੀ ਸਮੇਂ ਜੋ ਗੁਰਪੁਰਬ ਹੁੰਦੇ ਸੀ, ਉਹਨਾਂ ਗੁਰਪੁਰਬਾਂ 'ਤੇ ਗੁਰਦੁਆਰਿਆਂ ਵਿੱਚ ਕਵੀ ਦਰਬਾਰ ਕਰਵਾਉਣ ਦਾ ਸ਼ੌਕ ਰੱਖਦੇ ਸੀ ਪ੍ਰਬੰਧਕ। ਅੱਛਾ ਜੀ। ਉਸ ਕਵੀ ਦਰਬਾਰਾਂ ਵਿੱਚ ਸਾਡੇ ਇਸ ਇਲਾਕੇ ਦੇ ਚਰਨ ਸਿੰਘ ਸਬਰੀ ਵੀ ਸ਼ਾਮਲ ਹੁੰਦੇ ਸੀ। ਤਾਂ ਮੈਂ ਇਹਨਾਂ ਨੂੰ ਦੇਖਣ ਵਜੋਂ ਤੇ ਜਾਂ ਸ਼ਾਇਰੀ ਦੇ ਸ਼ੌਕ, ਸੁਣਨ ਦੇ ਸ਼ੌਕ ਵਜੋਂ ਉਹ ਦੇਖਣ ਤੇ ਸੁਣਨ ਜਾਂਦਾ। ਉਹ ਇਹਨਾਂ ਨੂੰ ਸੁਣ ਕੇ ਆਉਂਦਿਆਂ ਇੱਕ ਵਾਰ ਮੈਨੂੰ ਇਉਂ ਦਾ ਪਿਆ ਵੀ ਮੈਂ ਵੀ ਉਹਨਾਂ ਵਰਗਾ ਕੁਝ ਲਿਖ ਸਕਦਾ। ਤੇ ਸੱਚਮੁੱਚ ਉਸ ਰਾਤ ਕੁਆਟਰ ਤੱਕ ਆਉਂਦੇ ਮੈਂ ਵੀ 3-4 ਸ਼ੇਰ ਲਿਖੇ, ਤੇ ਜਿਹੜੇ ਚਾਰੇ ਦੇ ਚਾਰੇ ਨਾਮੀ ਕਵਿਤਾ ਵਿੱਚ ਅੱਗੇ ਜਾ ਕੇ ਉਹ ਪੂਰੇ ਹੋਏ, ਪਰ ਉਹ ਮੈਨੂੰ ਹੁਣ ਪੂਰੇ ਯਾਦ ਨਹੀਂ। ਉਸ ਤੋਂ ਪਿੱਛੋਂ ਉਸ ਸੰਬੰਧ ਵਿੱਚ ਕੁਝ ਹੋਰ ਕਵਿਤਾਵਾਂ ਜ਼ਰੂਰ ਲਿਖੀਆਂ ਧਾਰਮਿਕ ਖੇਤਰ। ਸਾਨੂੰ ਦਰਸ਼ਕ ਜਿਹੜੇ ਆ ਜ਼ਰੂਰ ਉਤਸੁਕ ਹੁੰਦੇ ਹੋਣਗੇ ਕਿ ਉਹਨਾਂ 4 ਲਾਈਨਾਂ ਜੋ ਵੀ ਤੁਹਾਨੂੰ ਯਾਦ ਆ ਜਾਂ ਜੋ ਸ਼ੁਰੂ ਤੁਸੀਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਉਹਨਾਂ ਦੀਆਂ 2 ਜਾਂ 4 ਲਾਈਨਾਂ ਜ਼ਰੂਰ ਸਾਨੂੰ ਸਨਮੁਖ ਕਰੋ। ਉਹ ਇਸ ਤਰ੍ਹਾਂ ਹੈ ਜੀ ਭਈ, ਜਿਹੜੀ ਉਸ ਸਮੇਂ ਦੀ ਕਵਿਤਾਵਾਂ ਉਹ ਤਾਂ ਸੰਭਾਲੀਆਂ ਵੀ ਨਹੀਂ ਗਈਆਂ, ਤਾਂ ਉਹ ਸ਼ੌਕ ਵੀ ਥੋੜ੍ਹਾ ਬਹੁਤ ਚਾਲੂ ਜ਼ਰੂਰ ਰਿਹਾ। ਪਰ ਉਸ ਸਮੇਂ ਜੋ ਵਿਸਾਖੀ ਵਾਲਾ ਤਿਉਹਾਰ ਤੇ ਆਪਣੇ ਉਤਸਵ ਹੈ ਅਨੰਦਪੁਰ ਸਾਹਿਬ ਦਾ, ਉਸ ਦੀ ਪ੍ਰੇਰਨਾ ਸਦਕਾ ਸਮਝੋ ਜਾਂ ਗੁਰੂ ਗੋਬਿੰਦ ਸਿੰਘ ਕੋਲ ਆਉਂਦੀਆਂ ਜੋ ਭੀੜ ਵਾਲੀ ਸੰਗਤ ਸੀ, ਉਸ ਨੂੰ ਉਤਸ਼ਾਹਿਤ ਕਰਨ ਲਈ, ਉਸ ਨੂੰ ਦਲੇਰ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਨੂੰ ਬੜਾ ਚੱਕਿਆ ਹੋਇਆ ਕਦਮ ਸਮਝੋ। ਉਹਨਾਂ ਨੇ ਇੱਕ ਬਾਟੇ 'ਚ ਪਾਣੀ ਵਿੱਚ ਖੰਡਾ ਘੁਮਾ ਕੇ ਉਸ ਨੂੰ ਅੰਮ੍ਰਿਤ ਦੀ ਆਪਣੇ ਨਾਮ ਦਿੱਤਾ, ਔਰ ਉਹਨਾਂ ਨੂੰ ਛਕਾ ਕੇ ਉਸ ਸੰਗਤ ਵਿੱਚ ਚੁਣਵੇਂ ਬੰਦਿਆਂ ਨੂੰ ਛਕਾ ਕੇ ਉਸ ਕੌਮ ਨੂੰ ਬਹਾਦਰ ਬਣਾਇਆ। ਤੇ ਉਸ ਸੰਬੰਧ ਵਿੱਚ ਮੈਂ ਵੀ ਇੱਕ ਕਵਿਤਾ ਲਿਖੀ ਸੀ ਜਿਸ ਦਾ ਨਾਂ ਸੀ ਅੰਮ੍ਰਿਤ ਦਾ ਰੰਗ। ਉਹਨਾਂ ਵਿੱਚੋਂ 1-2 ਸ਼ੇਰ ਇਸ ਤਰ੍ਹਾਂ ਹੈ ਕਿ ਪੰਜਾਂ ਨੂੰ ਪਿਲਾ ਕੇ ਜਾਂ ਸਾਕੀ ਨੇ ਸੁਰਜੀਤ ਕਰ ਦਿੱਤਾ। ਇਸ ਤੋਂ ਵੀ ਪਹਿਲਾਂ ਹੈ ਕਿ ਠੇਰੀ ਦਾ ਸਿਖਰ ਸੀ, ਸਹਿਮ ਕੀ ਲੱਗਦੀ ਸੀ ਕੁਦਰਤ। ਠੇਰੀ ਦਾ ਸਿਖਰ ਸੀ, ਸਹਿਮ ਕੀ ਲੱਗਦੀ ਸੀ ਕੁਦਰਤ। ਗੁੱਸੇ ਦੇਖ ਕੇ ਸਰਦਾਰ ਨੂੰ ਹੋਈ ਲਾਲ ਅੱਖ ਤਲਵਾਰ ਦੀ, ਕਿ ਭਵਕ ਕੇ ਨਿਕਲੀ ਇੱਕ ਆਵਾਜ਼ ਤੰਬੂ ਚੀਰਦੀ।
ਖਿੱਚ ਲੈ ਗਈ ਪੰਜਾਂ ਦਾ ਪਰਾਗਾ ਬਾਂਹ ਦਾ ਤਾਰਦੀ, ਖਿੱਚ ਲੈ ਗਈ ਪੰਜਾਂ ਦਾ ਪਰਾਗਾ ਬਾਂਹ ਦਾ ਤਾਰਦੀ, ਤੋ ਪੰਜਾਂ ਨੂੰ ਪਿਲਾ ਕੇ ਜਾਂ ਸਾਕੀ ਨੇ ਸੁਰਜੀਤ ਕਰ ਦਿੱਤਾ। ਪੰਜਾਂ ਨੂੰ ਪਿਲਾ ਕੇ ਜਾਂ ਸਾਕੀ ਨੇ ਸੁਰਜੀਤ ਕਰ ਦਿੱਤਾ, ਤਾਂ ਜਨਮ ਦਿੱਤਾ ਖਾਲਸੇ ਦੀ ਅਣਖ ਨੂੰ, ਤਕਦੀਰ ਨੂੰ। ਕੱਲਾ ਇੱਕ ਹੀ ਜਾਂ ਲੱਖ ਅੱਗੇ ਲੜਨ ਜੋਗਾ ਹੋ ਗਿਆ, ਤਾਂ ਕਿਤੇ ਜਾ ਕੇ ਤਸੱਲੀ ਹੋਈ ਉਹਦੀ ਸ਼ਮਸ਼ੀਰ। ਕੀ ਬਾਤ ਹੈ ਜੀ, ਕੀ ਬਾਤ ਹੈ। ਬਹੁਤ ਵਧੀਆ, ਬਹੁਤ ਵਧੀਆ। ਅਸੀਂ ਤੁਹਾਨੂੰ ਇਸ ਰਚਨਾ ਲਈ ਮੁਬਾਰਕਬਾਦ ਦਿੰਦੇ ਹਾਂ ਜੋ ਤੁਸੀਂ ਪਹਿਲੀ ਦਫਾ ਲਿਖੀ, ਜਿੱਥੋਂ ਤੁਹਾਨੂੰ ਅੰਦਰੋਂ ਇੱਕ ਹੌਸਲਾ ਵੀ ਮਿਲਿਆ ਹੋਣਾ ਕਿ ਮੈਂ ਹੋਰ ਵੀ ਲਿਖਾਂ ਅੱਗੇ। ਤੇ ਫਿਰ ਜਿੱਦਾਂ ਹੁਣ ਤੁਹਾਡਾ ਹੌਲੀ ਹੌਲੀ ਜਿੱਦਾਂ ਤੁਹਾਡੀ ਸੋਚ ਆ ਉਹ ਕਵਿਤਾਵਾਂ ਤੋਂ ਕਹਾਣੀਆਂ ਵੱਲ ਕਿਵੇਂ ਆਈ, ਇਹਦੇ ਬਾਰੇ ਸਾਨੂੰ ਦੱਸਣਾ ਜੀ। ਉਹ ਇਸ ਤਰ੍ਹਾਂ ਹੈ ਵੀ ਜਿਵੇਂ ਇੱਕ ਜੋ ਕਹਾਣੀ ਲਿਖਣ ਦਾ ਸ਼ੌਕ ਤਾਂ ਨਹੀਂ ਸੀ ਮੁੜ ਤੋਂ, ਕਵਿਤਾ ਨੂੰ ਪੜ੍ਹਨ ਤੇ ਕਾਰਨ, ਕਵਿਤਾ ਨੂੰ ਰਸਾਲਿਆਂ ਵਿੱਚ ਪੜ੍ਹਨ ਕਾਰਨ ਜੋ ਸ਼ੌਕ ਜਾਗਿਆ, ਉਹ ਧਾਰਮਿਕ ਕਵਿਤਾ ਲਿਖ ਹੁੰਦੀ ਰਹੀ। ਉਹਦੇ ਅਨੁਸਾਰ ਹੀ ਜੋ ਲਿਖਣ ਦਾ ਸੀ ਮੇਰਾ ਉਦੇਸ਼ ਸੀ, ਉਹ ਇਸ ਤਰ੍ਹਾਂ ਸੀ ਵੀ ਉਹ ਮੇਰੇ ਧਿਆਨ 'ਚ ਇੱਕ ਗੱਲ ਬੈਠੀ ਹੋਈ ਸੀ ਵੀ ਅਸੀਂ ਅੱਜ ਜਿੱਥੇ ਵਿਚਰ ਰਹੇ ਹਾਂ ਇਸ ਦੇ ਆਸ-ਪਾਸ ਹਨੇਰਾ ਹੈ, ਧੱਕੇਸ਼ਾਹੀ ਹੈ, ਤਾਂ ਜੋ ਸਾਡੇ ਅੰਦਰ ਜਗਦਾ ਚਿਰਾਗ ਹੈ ਉਹ ਅਸੀਂ ਆਪ ਬਚਾ ਕੇ ਰੱਖਣਾ। ਉਸ ਬੰਦ 'ਚ ਇੱਕ ਸ਼ੇਰ ਹੈ ਸੁਸ਼ੀਲ ਦਾ, ਅਸੀਂ ਆਪਣੇ ਉਜਾਲੇ ਦੀ ਹਿਫਾਜ਼ਤ ਆਪ ਕਰਨੀ ਹੈ, ਅਸੀਂ ਆਪਣੇ ਉਜਾਲੇ ਦੀ ਹਿਫਾਜ਼ਤ ਆਪ ਕਰਨੀ ਹੈ, ਹਵਾਵਾਂ ਦੀ ਤਾਂ ਆਦਤ ਹੈ ਚਿਰਾਗਾਂ ਨੂੰ ਬੁਝਾ ਦੇਣਾ। तो इस अनुसार ही मैं अपनी जो लिखता है उन्होंने ढालता गया, वो उस उद्देश को मुख रख के ही लिखता गया। वो पहला कवितावां के रूप में सी, फिर वो कहानी के रूप में किसी स्टेज पर आके कहानी विच बदल गई। ठीक है जी। तो जिहड़ा तुहाडीआं कहानियां लिखण दा विशा सी वो की हुंदा सीगा, वो मेन मोटिव तुहाडा की हुंदा सी कहानियां नूं लिखण दा विशा? कहानियां नूं लिखण दा विशा सी एक तो मेरा घरेलू पिछोकड़ जो किरती परिवार नाल संबंधित सी, एक आले दुआले विचरते लोग ਜਿਹੜੇ ਕਿਰਤੀਆਂ ਵਾਂਗਰ ਵਿਚਰਦੇ ਸਨ, ਜਿਹਦੇ 'ਚ ਕਿਸਾਨੀ ਸ਼ਾਮਲ ਸੀ, ਲੈਂਡਲੈਸ ਲੇਬਰ ਸ਼ਾਮਲ ਸੀ, ਜਾਂ ਛੋਟੇ ਜੋ ਕਾਰੋਬਾਰੀ ਨਿੱਕੇ ਅਦਾਰੇ ਦੇ ਕਾਰੋਬਾਰੀ ਸੀ, ਉਹਨਾਂ ਨੂੰ ਜੋ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹ ਮੇਰਾ ਲਿਖਤਾਂ ਦਾ ਵਿਸ਼ਾ ਮੁੱਖ ਤੌਰ 'ਤੇ ਰਿਹਾ, ਜਿਹੜਾ ਕਿਸੇ ਸੁਭਾਵਿਕ ਚੇਤਨਾ ਕਰਕੇ ਪੈਦਾ ਹੋਇਆ ਜਾਂ ਮੇਰੇ ਅੰਦਰ ਕਿਸੇ ਕਹਾਣੀਕਾਰ ਨੇ ਜਨਮ ਲੈਣ ਦੀ ਜੋ ਅੰਸ਼ ਸੀ ਉਹਦੇ ਕਰਕੇ ਪੈਦਾ ਹੋਇਆ। ਇਹ ਹੁਣ ਕਿਹਾ ਇਕੱਠਾ ਕਹਿਣਾ ਇਸ ਬਾਰੇ ਤਾਂ ਨਿਸ਼ਚਿਤ ਨਹੀਂ, ਪਰ ਫਿਰ ਵੀ ਜੋ ਕੁਝ ਲਿਖਿਆ ਗਿਆ ਉਹ ਆਲੇ ਦੁਆਲੇ ਵਿਚਰਦੀ ਵਰਕਿੰਗ ਕਲਾਸ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਸਭ ਤੋਂ ਪਹਿਲੀ ਰਚਨਾ ਤੁਹਾਡੀ ਕਿਹੜੀ ਸੀ? ਸਭ ਤੋਂ ਪਹਿਲੀ ਰਚਨਾ ਇੱਕ ਮਿੰਨੀ ਕਹਾਣੀ ਹੈ ਜੀ, ਜਿਹਦਾ ਨਾਮ ਹੈ ਈਡੀਅਟ। ਅੱਛਾ ਜੀ। ਉਹ ਮੈਂ ਆਪਣੇ ਸਕੂਲ ਜਾ ਰਿਹਾ ਸੀ ਕਾਨਪੁਰ ਤੋਂ। ਕਿਹੜੇ ਸਾਲ ਦੀ ਗੱਲ ਹੈ ਜੀ? ਇਹ 1980 ਦੀ ਲਗਭਗ। ਅੱਛਾ ਜੀ। 1980 ਦੇ ਦਸੰਬਰ ਦੀ ਗੱਲ ਹੈ। ਮੈਂ ਸਕੂਲ ਜਾਣਾ ਸੀ ਬੰਗਾਲੇ ਤੋਂ, ਕਾਨਪੁਰ ਤੋਂ ਸਾਈਕਲ ਖੜਾ ਕਰਨਾ ਸੀ ਮਕੇਰੀਆਂ ਤੋਂ, ਸਾਈਕਲ ਖੜਾ ਕਰਦਾ ਹੁੰਦਾ ਸੀ ਮੈਂ ਜਿੱਥੇ, ਉੱਥੇ ਸਾਹਮਣੇ ਰੈਸਟ ਹਾਊਸ ਹੁੰਦਾ ਸੀ। ਰੈਸਟ ਹਾਊਸ ਵਿੱਚ ਮੈਂ ਦੇਖਦਾ ਸੀ ਸਵੇਰ ਨੂੰ ਉੱਠ ਕੇ ਬਹੁਤ ਸਾਰੇ ਸ਼ੌਕੀਨ ਲੋਕ, ਕੋਈ ਆਪਣੇ ਰਾਤ ਦੀਆਂ ਰੈਸਟਾਂ ਵੈਸਟਾਂ ਮਾਰ ਕੇ ਘੁੰਮਦੇ, ਅਯਾਸ਼ੀ ਭਰੇ ਢੰਗ ਨਾਲ ਘੁੰਮਦੇ ਹੁੰਦੇ ਸੀ। ਤਾਂ ਮੈਂ ਉਹਨਾਂ ਨੂੰ ਮੁਖਾਤਬ ਹੋ ਕੇ ਕਹਾਣੀ ਲਿਖੀ, ਉਸ ਦਾ ਨਾਮ ਸੀ ਈਡੀਅਟ। ਤਾਂ ਉਸ ਤੋਂ ਅੱਗੇ ਚਾਲੂ ਕਹਾਣੀ ਲਿਖਣੀ, ਸਮਝੋ ਵੀ ਕਹਾਣੀ ਲਿਖਣ ਦਾ ਪ੍ਰੋਸੈਸ ਚਾਲੂ ਹੋਇਆ। ਔਰ ਮੇਰੀਆਂ ਕਹਾਣੀਆਂ ਦੀ ਜੋ ਪ੍ਰੇਰਨਾ ਉਹ ਸਰਦਾਰ ਆਪਣੇ ਪ੍ਰਿੰਸੀਪਲ ਸੁਜਾਨ ਸਿੰਘ ਜੀ ਰਹੇ, ਜੋ ਸਾਡੇ ਗੁਆਂਢ ਗੁਰਦਾਸਪੁਰ ਤੋਂ ਸਨ। ਤਾਂ ਉਸ ਤੋਂ ਪਿੱਛੋਂ ਮੈਂ ਆਪਣੀਆਂ ਲਿਖਤਾਂ, ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਦੀਆਂ ਲਿਖਤਾਂ ਤੋਂ ਥੋੜ੍ਹਾ ਹਲਾਸ਼ੇਰੀ ਲੈ ਕੇ ਲਿਖਦਾ ਗਿਆ। ਉਹ ਕਦੀ ਛੋਟੀਆਂ ਫਾਰਮ ਸੀ, ਕਦੇ ਵੱਡੇ ਆਕਾਰ 'ਚ ਆਈਆਂ, ਉਹ ਅੱਗੋਂ ਚੱਲਦੀਆਂ ਰਹੀਆਂ ਅਤੇ ਹੁਣ ਤੱਕ ਵੀ ਉਹ ਕੋਸ਼ਿਸ਼ਾਂ ਚਾਲੂ ਨੇ। ਠੀਕ ਹੈ ਜੀ। ਹੁਣ ਤੱਕ ਆਪਣੀਆਂ ਕਿਤਾਬਾਂ ਬਾਰੇ ਦੱਸਣਾ, ਕਿੰਨੀਆਂ ਤੁਹਾਡੀਆਂ ਕਿਤਾਬਾਂ ਜਿਹੜੀਆਂ ਛਪ ਚੁੱਕੀਆਂ ਆ? ਮੇਰੀਆਂ ਹੁਣ ਤੱਕ 7 ਕਹਾਣੀ ਸਹਿ ਛਪ ਚੁੱਕੇ। ਪਹਿਲਾਂ 1984 ਵਿੱਚ ਛਪਿਆ ਸੀ ਮਾਰਕੋਰੇ, 2017 ਵਿੱਚ ਛਪਿਆ ਸੰਸਾਰ, 7ਵਾਂ ਕਹਾਣੀ ਸਹਿ। ਉਸ ਦੇ ਵਿਚਕਾਰ 5 ਕਹਾਣੀ ਸਹਿ ਹੋਰ ਹਨ। ਅਤੇ ਇਹ ਸਾਰਾ ਜੋ ਲਿਖਣ ਦਾ ਪ੍ਰੋਸੈਸ ਹੈ ਉਹ ਹੁਣ ਵੀ ਅਜੇ ਤੱਕ ਚਾਲੂ ਹੈ, ਪਰ ਲਿਖਤਾਂ ਜੋ ਕਿਤਾਬਾਂ ਇਹਨਾਂ ਕਹਾਣੀਆਂ ਨਾਲ ਬਣੀਆਂ ਉਹਨਾਂ ਦੀ ਗਿਣਤੀ 7। ਠੀਕ ਹੈ ਜੀ, ਠੀਕ ਹੈ।
ਅੱਛਾ, ਤੁਹਾਨੂੰ ਅੱਗੇ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਿਵੇਂ ਤੁਹਾਡੀਆਂ ਜਿਹੜੀਆਂ ਇਹ ਕਹਾਣੀਆਂ ਅੱਗੇ ਤੋਂ ਅੱਗੇ ਛਪੀਆਂ ਹੈਗੀਆਂ ਆ, ਅਖਬਾਰਾਂ ਦੇ ਵਿੱਚ ਆਈਆਂ, ਰਸਾਲਿਆਂ ਦੇ ਵਿੱਚ ਆਈਆਂ, ਕੋਈ ਅਜਿਹਾ ਸਰੋਤਾ, ਕੋਈ ਅਜਿਹਾ ਪਾਠਕ ਜਿਸ ਦੇ ਮੈਸੇਜ ਨੇ ਜਾਂ ਤੁਹਾਨੂੰ ਫੋਨ ਰਾਹੀਂ ਕੋਈ ਇਦਾਂ ਦੀ ਗੱਲ ਤੁਹਾਡੇ ਮਨ ਦੇ ਵਿੱਚ ਘਰ ਕਰ ਗਈ ਹੋਵੇ ਜਿਹੜੀ ਅੱਜ ਵੀ ਤੁਹਾਨੂੰ ਯਾਦ ਆ? ਇਹ ਆਪਣੇ ਬਹੁਤ ਵਧੀਆ ਪ੍ਰਸ਼ਨ ਹੈ, ਔਰ ਇਹ ਪ੍ਰਸ਼ਨ ਸੱਚਮੁੱਚ ਮੈਨੂੰ ਵੀ ਤੇ ਉਸ ਮੇਰੇ ਪਾਠਕ ਨੂੰ ਵੀ ਹੈਰਾਨ ਕਰ ਦਿੰਦਾ। ਇੱਕ ਵਾਰ ਤਾਂ ਉਹ ਇਸ ਤਰ੍ਹਾਂ ਵੀ ਇੱਕ ਕਹਾਣੀ ਸੀ, ਕਹਾਣੀ ਦਾ ਨਾਮ ਹੈ ਮੋਮਬੱਤੀਆਂ, ਉਹ ਦੂਜੀ ਕਿਤਾਬ ਵਿੱਚ ਸ਼ਾਮਲ ਹੈ ਬਲੌਰ 'ਚ। ਉਹ ਕਹਾਣੀ ਅਖਬਾਰ ਵਾਲੇ, ਅਜੀਤ ਅਖਬਾਰ ਨੇ ਛਾਪੀ ਕਿਤੇ ਦੀਵਾਲੀ ਵਾਲੇ ਦਿਨਾਂ ਦੇ ਲਾਗੇ ਛਾਗੇ। ਕਿਹੜੇ ਸਾਲ ਦੀ ਇਹ ਗੱਲ ਹੋ ਸਕਦੀ ਇਹ ਲੱਗ ਹੋ ਸਕਦੀ ਹੈ, ਇਹ 85 86 ਦੇ ਲਗਭਗ, 90 ਦੇ ਲਗਭਗ। ਠੀਕ ਹੈ ਜੀ। ਉਹ ਕਹਾਣੀ ਪੜ੍ਹੀ। ਸੁਸ਼ੀਲ ਕੁਮਾਰ ਨਾਮ ਦਾ ਬੰਦਾ, ਜਿਹਦਾ ਪਿੰਡ ਝੇੜੂ ਹੈ, ਪਿਤਾ ਦਾ ਨਾਮ ਉਸਦਾ ਮਹਿੰਦਰ ਦਾਸ। ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ ਜੀ ਝੇੜੂ? ਝੇੜੂ ਆਪਣੇ ਜਲੰਧਰ ਜ਼ਿਲ੍ਹੇ 'ਚ। ਅੱਛਾ ਜੀ। ਜਲੰਧਰ ਜ਼ਿਲ੍ਹੇ 'ਚ, ਜਲੰਧਰੋਂ ਫਗਵਾੜੇ ਵਾਲੇ ਪਾਸੇ 5-7 ਕਿਲੋਮੀਟਰ ਤੇ ਝੇੜੂ ਹੈ। ਠੀਕ ਹੈ ਜੀ। ਇੱਕ ਜੋ ਹੈ ਛੋਟਾ ਜਿਹਾ, ਉਹਦੇ ਉੱਪਰ ਇੱਕ ਪੁਲ ਹੈ। ਉਹ ਸ਼ਾਇਦ ਸੁਸ਼ੀਲ ਦੀ ਡਿਊਟੀ ਉਸ ਪੁਲ ਤੇ ਸੀ, ਪੁਲ ਦੀ ਰਾਖੀ ਲਈ ਹੋਏਗੀ ਜਾਂ ਕੁਝ ਹੋਰ ਕਿਸੇ ਮਹਿਕਮੇ ਨਾਲ ਸੰਬੰਧਿਤ ਹੋਏਗਾ। ਉਹਨੇ ਉਹ ਪੁਲ ਤੇ ਸਵੇਰੇ ਉੱਠ ਕੇ ਤੇ ਉਹ ਕਹਾਣੀ ਅਜੀਤ ਅਖਬਾਰ 'ਚ ਪੜ੍ਹੀ, ਤਾਂ ਉਹਨੂੰ ਘਰ ਜਾਣ ਤੋਂ ਪਹਿਲਾਂ ਮੈਨੂੰ ਟੈਲੀਫੋਨ ਕੀਤਾ ਅੱਡੇ ਉੱਤੇ ਜਾ ਕੇ। ਤਾਂ ਮੈਂ ਉਹਨੂੰ ਪੁੱਛਿਆ ਕੌਣ ਬੋਲਦੇ? ਉਹਨੇ ਆਪਣਾ ਨਾਂ ਤੱਕ ਨਹੀਂ ਦੱਸਿਆ, ਰੋਣ ਲੱਗ ਪਿਆ। ਅੱਛਾ ਜੀ। ਮੈਂ ਕੀ ਗੱਲ ਹੋਈ, ਰੋਂਦਾ ਕਿਉਂ? ਕਹਾਣੀ ਕੀ ਗੱਲ ਕੀ ਤੈਨੂੰ ਕੀ ਹੋਈ? ਉਹਨੇ ਫੇਰ ਹੀ ਨਾਂ ਦੱਸਿਆ। ਰੋਂਦਾ ਰਿਹਾ। ਫਿਰ ਮੈਨੂੰ ਰੋਣ ਦਿੱਤਾ ਚੰਗੀ ਤਰ੍ਹਾਂ। ਤਾਂ ਫਿਰ ਜਦੋਂ ਰੋ ਕੇ ਥੋੜ੍ਹਾ ਟਿਕਾਣੇ ਆਇਆ, ਫਿਰ ਮੈਨੂੰ ਪੁੱਛਿਆ ਤੂੰ ਕੌਣ ਬੋਲਦਾ? ਉਹ ਕਹਿੰਦਾ ਮੈਂ ਸੁਸ਼ੀਲ ਬੋਲਦਾ, ਮੈਂ ਤੁਹਾਡੀ ਕਹਾਣੀ ਪੜ੍ਹੀ ਮੋਮਬੱਤੀਆਂ ਆਪਣੇ ਅੱਜ ਅਖਬਾਰ ਜੀਤ 'ਚ, ਤੇ ਉਹਨੂੰ ਪੜ੍ਹ ਕੇ ਮੈਂ ਫੇਰ ਰੋ ਪਿਆ। ਉਹਨੂੰ ਪੜ੍ਹ ਕੇ ਉਹ ਫੇਰ ਰੋ ਪਿਆ, ਦੱਸਿਆ ਹੋਰ ਕੁਝ ਨਹੀਂ। ਉਹਨੂੰ ਫਿਰ ਦੁਬਾਰਾ ਰੋਕ ਕੇ ਮੈਂ ਉਹਦੇ ਪਿਤਾ ਦਾ ਨਾਂ ਪੁੱਛਿਆ। ਉਹਨੂੰ ਪੁੱਛਿਆ ਤੂੰ ਕੀ ਕੰਮ ਕਰਦਾ? ਉਹ ਕਹਾਣੀ ਨੇ ਉਸ ਦੇ ਜੀਵਨ ਨੂੰ ਉਸ ਕਹਾਣੀ ਦੀ ਟੈਕਸਟ ਨਾਲ ਇੰਨਾ ਮਿਲਾਇਆ ਕਿ ਉਹਨੂੰ ਜਾਪਿਆ ਵੀ ਮੇਰੇ ਬਾਰੇ ਕਹਾਣੀ ਲਿਖੀ ਗਈ ਹੈ। ਤਾਂ ਮੈਨੂੰ ਬੜਾ ਉਤਸ਼ਾਹਤ ਹੋਈ ਉਹ ਗੱਲ ਵੀ ਇਹ ਕਹਾਣੀ ਜਿਵੇਂ ਉਹਨਾਂ ਉਸ ਲੜਕੇ ਨੂੰ ਉਤਸ਼ਾਹਤ ਕੀਤੀ ਹੈ, ਉਵੇਂ ਹੋਰਨਾਂ ਨੂੰ ਵੀ ਕੀਤੀ ਹੋਏਗੀ। ਇਸ 'ਚ ਮੈਨੂੰ ਆਪਣੇ ਆਪ ਤੋਂ ਹੀ ਮਾਣ ਹੋਇਆ ਤੇ ਉਸ ਕਹਾਣੀ 'ਤੇ ਵੀ। ਸਾਨੂੰ ਸ਼ਾਰਟ ਵਿੱਚ ਮੁੱਖ ਵਿਸ਼ਾ ਦੱਸਦੀ ਹੋਈ ਮੋਮਬੱਤੀਆਂ ਕਹਾਣੀ ਬਾਰੇ ਜ਼ਰੂਰ ਦੱਸਣਾ, ਜਿਸ ਨੂੰ ਪੜ੍ਹ ਕੇ ਸੁਸ਼ੀਲ ਕੁਮਾਰ ਜੀ ਇੰਨੇ ਇਮੋਸ਼ਨਲ ਹੋ ਗਏ ਸੀਗੇ। ਉਸ ਤਰ੍ਹਾਂ ਵੀ ਇੱਕ ਸੇਠ ਹੈ, ਸ਼ੈਲਰ ਦਾ ਮਾਲਕ। ਸ਼ੈਲਰ ਦੇ ਮਾਲਕ ਅੱਜ ਕੱਲ੍ਹ ਤਾਂ ਜਿਹੜਾ ਝੋਨਾ ਉਹ ਆਪਣੇ ਹੀਟਰਾਂ ਰਾਹੀਂ ਸੁਕਾ ਲੈਂਦੇ। ਉਸ ਸਮੇਂ ਸ਼ੈਲਰ ਦਾ ਮਾਲਕ ਦਿਨੇ ਧੁੱਪ 'ਚ ਝੋਨਾ ਸੁਕਾਉਂਦਾ ਹੁੰਦਾ ਸੀ, ਔਰ ਰਾਤ ਦੇ ਸਮੇਂ ਉਹ ਆਪਣੀਆਂ ਮਸ਼ੀਨਾਂ ਰਾਹੀਂ ਉਹਦੇ ਚੌਲ ਕੱਢਦਾ ਹੁੰਦਾ ਸੀ। ਤਾਂ ਦਿਨ ਦੇ ਸਮੇਂ ਜਿੰਨੀਆਂ ਬੋਰੀਆਂ ਸੁੱਕਣੀਆਂ ਪਾਈਆਂ, ਜੇ ਕੋ ਆਖਰੀ 'ਤੇ 100 ਬੋਰੀ ਸੁੱਕਣੀ ਪਾਈ, ਤੇ ਜਦੋਂ ਉਹ ਇਕੱਠੀ ਕਰਨੀ ਹੁੰਦੀ ਸੀ ਉਹ 90 ਬੋਰੀਆਂ 'ਚ ਆ ਜਾਂਦੀ ਸੀ। 8-10 ਬੋਰੀਆਂ ਵਿੱਚੋਂ ਸੁੱਕ ਜਾਂਦੀਆਂ ਸੀ। ਤਾਂ ਉਸ ਮਾਲਕ ਨੇ, ਗਿਆਨ ਸ਼ਾਹ ਦਾ ਮੈਂ ਰੱਖਿਆ ਹੋਇਆ ਨਾਂ, ਵੀ ਉਸ ਮਾਲਕ ਨੇ ਉਹਨੂੰ ਕਿਹਾ ਵੀ ਤੁਸੀਂ 8 ਬੋਰੀਆਂ ਵੇਚ ਦਿੱਤੀਆਂ ਵਿੱਚੋਂ, ਤੇ 100 ਕਿਉਂ ਨਹੀਂ ਪੂਰੀ ਹੋਈ? ਤੇ ਉਹਨਾਂ ਨੂੰ ਦੀਵਾਲੀ ਵਾਲੇ ਦਿਨ ਪੈਸੇ ਇਸ ਕਰਕੇ ਨਹੀਂ ਦਿੱਤੇ। ਉਹ ਦੀਵਾਲੀ ਵਾਲੇ ਦਿਨ ਪੈਸੇ ਮੰਗਦੇ ਸੀ ਆਪਣੇ, ਤੇ ਉਹਨਾਂ ਨੂੰ ਸਾਰਿਆਂ ਨੂੰ ਘਰ ਨੂੰ ਮੋੜ ਦਿੱਤਾ। ਤੇ ਕਾਰਾ ਤੇ ਬੱਚੇ ਉਹਨਾਂ ਨੂੰ ਮੋਮਬੱਤੀਆਂ ਦੀ ਡੀਕ, ਪਟਾਕਿਆਂ ਦੀ ਡੀਕ 'ਚ ਬੈਠੇ। ਉਸ ਮੇਰੇ ਪਾਤਰ ਦੇ, ਉਹ ਜੋ ਪਾਤਰ ਹੈ ਉਹ ਘਰ ਖਾਲੀ ਹੱਥੀ ਆ ਗਿਆ, ਤੇ ਨਿਆਣੇ ਵਿਚਾਰੇ ਡਿੱਗਦੇ ਅੱਧਾ ਪਚੱਧਾ ਸੌਂ ਗਏ ਸੀ। ਤੇ ਜਿਹੜੀ ਬੱਚੀ ਜਾਗਦੀ ਸੀ ਉਹਨੂੰ ਪੁੱਛਿਆ ਤੱਕ ਨਹੀਂ ਵੀ ਤੂੰ ਕੀ ਮੋਮਬੱਤੀਆਂ ਲੈ ਕੇ ਆਇਆ ਜਾਂ ਜਲੇਬੀਆਂ ਲੈ ਕੇ ਆਇਆ। ਉਹ ਵਿਚਾਰਾ ਉਹਦੀ ਹਾਲਤ ਦੇਖ ਕੇ ਉਸੇ ਤਰ੍ਹਾਂ ਹੀ ਉਹਨਾਂ ਬੱਚਿਆਂ ਨੂੰ ਉੱਦਾਂ ਹੀ ਛੱਡ ਕੇ, ਅੱਧ ਸੁੱਤੇ ਛੱਡ ਕੇ, ਘਰੋਂ ਇੱਕ ਟਾਕੂਆ ਲੈ ਕੇ ਬਾਹਰ ਨਿਕਲ ਪਿਆ। ਉਹ ਪਤਾ ਨਹੀਂ ਕੀ ਕਰਨਾ ਸੀ ਹੁਣ, ਜਾਂ ਤਾਂ ਸ਼ੈਲਰ ਨੂੰ, ਮਾਲਕ ਨੂੰ ਇਕੱਠਾ ਮਾਰਨਾ ਸੀ, ਤੇ ਜਾਂ ਉਹਨ ਕੋਈ ਹੋਰ ਕੰਮ ਕਰਨਾ ਸੀ, ਜਾਂ ਆਪਣੇ ਸਾਥੀਆਂ ਨੂੰ ਇਕੱਠੇ ਕਰਕੇ ਉਸ ਸ਼ੈਲਰ ਮਾਲਕ ਨੂੰ ਦਬਕਾਉਣਾ ਸੀ। ਇਹ ਉਸ ਕਹਾਣੀ ਦਾ ਵਿਸ਼ਾ ਹੈ। ਉਹ ਮੈਂ ਦੱਸਿਆ ਨਹੀਂ ਮੈਨੂੰ ਕੀ ਕਰਨਾ, ਇਹ ਤਾਂ ਪਾਠਕ ਹੀ ਸੋਚੇ ਵੀ ਉਹ ਕੀ ਕਰ ਨਿਕਲਿਆ। ਇਹ ਇੱਕ ਕਹਾਣੀ ਦਾ ਓਲਾ ਹੁੰਦਾ ਜੋ ਰੱਖਣਾ ਪੈਂਦਾ। ਠੀਕ ਹੈ ਜੀ। ਤੇ ਹੁਣ ਤੁਹਾਨੂੰ ਉਹ ਅਸੀਂ ਕੁਐਸਚਨ ਕਰਨ ਜਾ ਰਹੇ ਹਾਂ, ਉਹ ਪ੍ਰਸ਼ਨ ਪੁੱਛਾਂਗੇ ਜੋ ਤੁਹਾਡੀ ਨਿੱਜੀ ਜ਼ਿੰਦਗੀ ਦੇ ਨਾਲ ਜੁੜਿਆ ਆ, ਕਿ ਆਪਣੇ ਪਰਿਵਾਰ ਬਾਰੇ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ, ਤੇ ਤੁਹਾਡੀ ਸ਼ਾਦੀ ਕਦੋਂ ਹੋਈ? ਸ਼ਾਦੀ ਸ਼ਾਇਦ
1960 ਵਿੱਚ ਹੋਈ। ਅਤੇ ਉਸ ਤੋਂ ਪਿੱਛੋਂ ਉਦੋਂ ਮੇਰੀ ਪੜ੍ਹਾਈ ਵੀ ਅਜੇ ਪੂਰੀ ਨਹੀਂ ਸੀ ਹੋਈ, ਅਤੇ ਅਸੀਂ ਆਪਣੇ ਖੇਤਰ 'ਚ ਦੋਨੋਂ ਜਣੇ, ਘਰ ਵਾਲੀ ਵੀ ਜਦੋਂ ਆਈ ਘਰ ਉਦੋਂ 8ਵੀਂ ਪਾਸ ਸੀ, ਉਹਨੂੰ ਵੀ ਅਸੀਂ ਆਪਣੇ ਪਿੰਡ ਲਿਆ ਕੇ ਨਾਲ ਦੇ ਸਕੂਲੇ ਪੜ੍ਹਨੇ ਪਾਇਆ, ਉਹਨੂੰ ਵੀ ਪੜ੍ਹਾਈ ਕੀਤੀ। ਅਤੇ ਬਾਅਦ ਵਿੱਚ ਉਹਨਾਂ ਦੇ ਪਿੰਡ ਆਪਣੇ ਸਕੂਲ JVT ਖੁੱਲ੍ਹ ਗਈ, ਉਹਨੂੰ JVT ਦਾ ਦਾਖਲਾ ਲਗਾ ਉਹਦੀ ਲਿਆਕਤ ਦੇ ਹਿਸਾਬ ਨਾਲ ਮਿਲ ਗਿਆ। ਤਾਂ ਮੈਂ ਵੀ ਉਸ ਸਮੇਂ ਜੋ ਆਪਣੀ ਪੜ੍ਹਾਈ ਚਾਲੂ ਕੀਤੀ, ਉਸ ਦੇ ਨਾਲ ਜੋ ਜੋਬ ਇੱਧਰ ਉੱਧਰ ਕਰਨੇ ਪਏ। ਉਸ ਸਮੇਂ ਸਾਡੀ ਫੈਮਿਲੀ ਰਹੀ ਤਾਂ ਦੂਰ ਪੂਰੀ, ਪਰ ਫਿਰ ਵੀ ਸਾਡੇ 4 ਬੱਚੇ ਆ, 2 ਲੜਕੇ 2 ਲੜਕੀਆਂ। ਹੁਣ ਤੁਸੀਂ ਸਾਨੂੰ ਦੱਸਣਾ ਕਿ ਆਪਣਾ ਜਿਵੇਂ ਵਿਹਲਾ ਸਮਾਂ, ਵੈਸੇ ਤਾਂ ਜਿਹੜੇ ਰਾਈਟਰ ਉਹ ਵਿਹਲੇ ਨਹੀਂ ਸਮਝੇ ਗਏ ਕਦੀ ਵੀ, ਕੁਛ ਨਾ ਕੁਛ ਸੋਚਦੇ ਰਹਿੰਦੇ ਆ, ਕੋਈ ਦਿਮਾਗ ਦੇ ਵਿੱਚ ਪਿਕਚਰ ਆਉਂਦੀ ਰਹਿੰਦੀ ਆ। ਵੈਸੇ ਫਿਰ ਵੀ ਜੇ ਤੁਹਾਨੂੰ ਕੋਈ ਵਿਹਲਾ ਸਮਾਂ ਮਿਲੇ ਤਾਂ ਉਹ ਤੁਸੀਂ ਕਿਵੇਂ ਬਤੀਤ ਕਰਦੇ ਆ? ਮੇਰੇ ਕੋਲ 2 ਸਾਧਨ ਹੈ ਹੁਣ ਵਿਹਲਾ ਸਮਾਂ ਬਤੀਤ ਕਰਨ ਦੇ। ਇੱਕ ਤਾਂ ਇਹ ਹੈ ਵੀ ਮੈਂ ਜਿਹੜਾ ਪਿਛਲੇ ਸਮੇਂ 'ਚ ਆਪਣੇ 6ਵੀਂ ਜਮਾਤ ਦੀ ਪੜ੍ਹਾਈ ਤੋਂ ਲੈ ਕੇ ਅਤੇ ਹੁਣ ਤੱਕ ਦੇ ਅੱਜ ਦੇ ਦਿਨ ਤੱਕ ਜੋ ਮੇਰੇ ਜੀਵਨ ਵਰਤਾਰੇ 'ਚ ਘਟਨਾਵਾਂ ਦੁਰਘਟਨਾਵਾਂ ਵਾਪਰੀਆਂ, ਉਹਨਾਂ ਨੂੰ ਲਿਖਤੀ ਰੂਪ 'ਚ ਲਿਆ ਰਿਹਾ। ਅੱਛਾ ਜੀ। ਦੂਜੀ ਇਹ ਆ ਵੀ ਜਿਹੜਾ ਸਾਡੇ ਇਸ ਘਰ ਦੇ ਲਾਗੇ ਥੋੜ੍ਹੇ ਖਾਲੀ ਥਾਂ ਹੈ, ਉੱਥੇ ਦਿਨ ਦੇ 2-3 ਘੰਟੇ ਮੈਂ ਆਪਣੀ ਜੋ ਖੇਤੀਬਾੜੀ ਨਾਲ ਸੰਬੰਧਿਤ ਇੱਕ ਬ੍ਰਾਂਚ ਹੈ ਸਬਜ਼ੀ ਉਗਾਉਣ ਦੀ, ਅੱਛਾ ਜੀ, ਉਹਦੇ ਨਾਲ ਰੁੱਝਿਆ ਰਹਿਣਾ। ਇਹ 2 ਸਾਧਨ ਹੈ। ਉਂਝ ਪਹਿਲੇ ਬਹੁਤ ਸਾਰੇ ਰਜੇਵੇਂ ਇਸ ਤਰ੍ਹਾਂ ਦੇ ਕਾਇਮ ਰਹੇ, ਜਿਨ੍ਹਾਂ 'ਚ ਪਸ਼ੂ ਰੱਖਣਾ, ਫਿਰ ਆਲੇ ਦੁਆਲੇ ਦੇ ਸਾਡੇ ਇਲਾਕੇ ਦੇ ਜਿੰਨੇ ਫਰੀਡਮ ਫਾਈਟਰ ਹੈ ਉਹਨਾਂ ਦੀਆਂ ਇੰਟਰਵਿਊਆਂ ਕਰਨੀਆਂ, ਫਿਰ ਸਾਹਿਤ ਸਭਾਵਾਂ ਦੀ ਗਠਨ ਕਰਨਾ, ਆਪਣੀ ਸਾਹਿਤ ਸਭਾ ਸੁਹਾਗੜ੍ਹਦੀ ਵਾਲਾ ਦਾ ਚਾਰਜ ਸੰਭਾਲਣਾ, ਔਰ ਘਰ ਦੀ ਮਾੜੀ ਮੋਟੀ ਜਿੰਨੀ ਘਰ ਦੇ ਚੱਲਣ ਵਿੱਚ ਯੋਗਦਾਨ ਪਾਉਣਾ ਉਹ ਵੀ ਥੋੜ੍ਹਾ ਬਹੁਤਾ, ਅਤੇ ਨਾਲ ਆਪਣੀ ਪੜ੍ਹਾਈ ਵੀ ਚਾਲੂ ਰੱਖਣਾ। ਇਹ ਪਹਿਲੇ ਸਮੇਂ ਦੇ ਜੋ ਉਪਰਾਲੇ ਸੀ। ਹੁਣ ਤਾਂ ਸਿਰਫ 2 ਹੀ ਸਮਝੋ, ਇੱਕ ਆਪਣੇ ਜੀਵਨ ਗਾਥਾ ਲਿਖਣਾ ਔਰ ਇੱਕ ਸਬਜ਼ੀਆਂ ਨਾਲ ਗੱਲਾਂ ਕਰਨਾ। ਠੀਕ ਹੈ ਜੀ, ਠੀਕ ਹੈ। ਤੁਹਾਨੂੰ ਹੁਣ ਤੱਕ ਆਪਣੇ ਸਨਮਾਨਾਂ ਬਾਰੇ ਜ਼ਰੂਰ ਦੱਸਣਾ। ਸਨਮਾਨ ਜੇ ਤਾਂ ਸਰਕਾਰੀ ਦੀ ਗੱਲ ਕਰੋ ਤਾਂ ਮੇਰੀ ਹੈ ਪੱਕੀ ਨਾ, ਕਿਉਂਕਿ ਸਰਕਾਰੀ ਸਨਮਾਨ ਮਿਲਦੇ ਨਹੀਂ, ਲਏ ਜਾਂਦੇ। ਤਾਂ ਮੈਂ ਸ਼ੁਰੂ ਤੋਂ ਹੀ ਇਸ ਪੱਖ ਤੋਂ ਬੜਾ ਅਨਾੜੀ ਰਿਹਾ ਵੀ ਉਹ ਕਿਵੇਂ ਲਏ ਜਾਂਦੇ, ਮੈਂ ਉਸ ਪਾਸੇ ਬਸ ਤੁਰਿਆ ਨਹੀਂ। ਅਤੇ ਜਿਹੜੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਆ, ਨਾਮਵਰ ਸੰਸਥਾਵਾਂ ਵੱਲੋਂ, ਉਹ ਮੈਨੂੰ ਕੋਈ ਐਸਾ ਇਨਾਮ ਨਹੀਂ ਜਿਹੜਾ ਨਾਮ ਮਿਲਿਆ ਹੋਵੇ। ਠੀਕ ਹੈ ਜੀ। ਜਿਵੇਂ 3 ਇਨਾਮ ਤਾਂ ਮੈਨੂੰ ਪ੍ਰਿੰਸੀਪਲ ਸੁਜਾਨ ਸਿੰਘ ਦੇ ਨਾਂ 'ਤੇ ਮਿਲੇ। ਪ੍ਰਿੰਸੀਪਲ ਸੁਜਾਨ ਸਿੰਘ ਦੇ ਨਾਮ 'ਤੇ ਗੁਰਦਾਸਪੁਰ ਸਭਾ ਨੇ ਇਨਾਮ ਚਾਲੂ ਕੀਤਾ ਤਾਂ ਪਹਿਲਾ ਉਹ ਨਾਮ ਮੈਨੂੰ ਮਿਲਿਆ। ਇਸ ਤਰ੍ਹਾਂ ਪ੍ਰਿੰਸੀਪਲ ਸੁਜਾਨ ਸਿੰਘ ਦੇ 100ਵੇਂ ਜਨਮ ਦਿਨ 'ਤੇ ਬਟਾਲੇ ਸਭਾ ਨੇ ਪਹਿਲਾ ਇਨਾਮ ਮੈਨੂੰ ਦਿੱਤਾ। ਇਸ ਤਰ੍ਹਾਂ ਪਿੱਛੇ ਨਵਾਂ ਸ਼ਹਿਰ ਵਾਲਿਆਂ ਨੇ ਜੋ ਪ੍ਰਿੰਸੀਪਲ ਸੁਜਾਨ ਸਿੰਘ ਦੇ ਨਾਂ 'ਤੇ ਅਵਾਰਡ ਚਾਲੂ ਕੀਤਾ, ਉਹ ਵੀ ਪਹਿਲਾ ਨਾਮ ਮੈਨੂੰ ਮਿਲਿਆ। ਇਸ ਤਰ੍ਹਾਂ ਡਾਕਟਰ ਜਗਤਾਰ ਦੀ ਮਾਤਾ ਦੇ ਨਾਮ 'ਤੇ ਉਹ ਵੀ ਨਾਮ ਮਿਲਿਆ। ਫਿਰ ਰਣਜੀਤ ਸਿੰਘ ਚੰਦ ਹੋਣਾ ਵੱਲੋਂ ਇੱਕ ਸੀ, ਉਹ ਵੀ ਮੈਨੂੰ ਮਿਲਿਆ। ਫਿਰ ਇੱਕ ਨਾਮ ਹੈ ਬਹੁਤ ਪ੍ਰਤਿਸ਼ਠ, ਕਰਤਾਰ ਸਿੰਘ ਧਾਰੀਵਾਲ ਅਵਾਰਡ ਕਹਿੰਦੇ ਉਹਨੂੰ। उसका जो है अपने संचालक वो करतार सिंह धारीवाल बैठा है कनेडा। वो हर एक सिनफ के लेखक नूं 10,000 रुपया साल पिछों इनाम भेजदा। वो कहानी वजों भी मैनू एक साल 2007 ਵਿੱਚ ਉਹ कहानी अवार्ड मिलिया। इस तरह बाकी आले दुआले सभावां मकेरियां तरवाड़ा बलोवाल भोगपुर और जिन्ने और हुशियारपुर इस तरह दी बहुत सारिया सभावां ने बड़े सारे अवार्ड दिते जिहदे च शाल मोमेंटो शामिल हुंदे सी। माया उन्हां सभावां को इस करके नहीं लईदी सी क्योंकि मैनू पता कि सभावां दा गठन सभावां दे संचालन किवें चलदा। जे कोई दवे भी तो मैं उन्होंने कहता सी लो ये मेरे वालों अपनी सभा के खाते च पा। देखो जी ਜਿਹੜੇ ਸਨਮਾਨ ਕਿਸੇ ਚੀਜ਼ ਦਾ ਕੋਈ ਬੰਦਾ ਕੋਈ ਵੀ ਰਾਈਟਰ ਉਹ ਭੁੱਖਾ ਨਹੀਂ ਹੁੰਦਾ। ਇੱਕ ਮਾਣ ਸਤਿਕਾਰ ਦੀ ਗੱਲ ਹੁੰਦੀ, ਇੱਕ ਹੌਸਲਾ, ਕਿਉਂਕਿ ਹੌਸਲਾ ਬਹੁਤ ਜ਼ਰੂਰੀ ਆ। ਅਸੀਂ ਕਿਸੇ ਨੂੰ ਲਿਖਦੇ ਨੂੰ ਹੱਲਾਸ਼ੇਰੀ ਦਿੰਨੇ ਆ ਤਾਂ ਸਾਨੂੰ ਬੜਾ ਹੌਸਲਾ ਮਿਲਦਾ ਆ ਤੇ ਉਹਦੇ ਨਾਲ ਹੀ ਜਿਹੜਾ ਰਾਈਟਰ ਦਾ ਜਿਹੜਾ ਇੱਕ ਅੱਗੇ ਤੋਂ ਅੱਗੇ ਉਹਨੂੰ ਮੋਟੀਵੇਸ਼ਨ ਦਿੰਦੇ ਹੈਗੇ ਆ। ਤੇ ਤੁਸੀਂ ਅੱਜ ਦੀ ਜੋ ਅੱਜ ਕੱਲ ਅਜੋਕੀ ਪੀੜ੍ਹੀ ਚੱਲ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦਾ ਸੱਭਿਆਚਾਰ ਕਿੱਧਰ ਨੂੰ ਜਾ ਰਿਹਾ, ਇਹਦੇ ਬਾਰੇ ਜ਼ਰੂਰ ਦੱਸਣਾ। ਪੰਜਾਬ ਦਾ ਸੱਭਿਆਚਾਰ ਬਾਰੇ ਜੋ ਭਵਿੱਖ ਪਤਾ ਉਜਲਾ ਨਹੀਂ ਜਾਪਦਾ ਮੈਨੂੰ।
ਸਮੱਸਿਆ ਇਹ ਹੈ ਕਿ UN ਨੇ ਥੋੜ੍ਹਾ ਚਿਰ ਪਹਿਲਾਂ ਇੱਕ ਰਿਪੋਰਟ ਦਿੱਤੀ ਸੀ ਜਿਹਦੇ 'ਚ ਦੁਨੀਆ ਦੀਆਂ ਬਹੁਤ ਸਾਰੀਆਂ ਬੋਲੀਆਂ ਮਰ ਜਾਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਔਰ ਇਹ ਦੱਸਣ ਲੱਗਿਆ ਥੋੜ੍ਹਾ ਦੁੱਖ ਹੁੰਦਾ ਵੀ ਉਹਨਾਂ 'ਚ ਪੰਜਾਬੀ ਵੀ ਸ਼ਾਮਲ ਸੀ। ਪੰਜਾਬੀ ਬੋਲੀ ਦਾ ਜੋ ਸਾਡਾ ਸੱਭਿਆਚਾਰ ਦਾ ਆਧਾਰ ਹੈ ਉਹ ਸਾਡੀ ਬੋਲੀ ਹੈ, ਤਾਂ ਉਹ ਜੇ ਬੋਲੀ ਹੀ ਮਰ ਗਈ ਤੇ ਸਾਡੀ ਸੱਭਿਆਚਾਰ ਵੀ ਉਸ ਪੱਖੋਂ ਉਸ ਢੰਗ ਨਾਲ ਪ੍ਰਫੁੱਲਿਤ ਹੋਣੋਂ ਰੁਕ ਜਾਏਗਾ ਜਿਵੇਂ ਉਹ ਪਿੱਛੇ ਹੁੰਦਾ ਰਿਹਾ। ਤਾਂ ਆਉਂਦੇ ਭਵਿੱਖ ਵਿੱਚ ਇਹ ਕਿਉਂ ਸੱਭਿਆਚਾਰ ਮਰ ਰਹੇ ਆ, ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ। ਪਰ ਆਉਂਦੇ ਭਵਿੱਖ ਵਿੱਚ ਜੋ ਸਾਡਾ ਕਲਚਰ ਹੈ, ਜੋ ਸਾਡਾ ਮੋਬਾਈਲ ਕਲਚਰ ਹੈ, ਫਿਰ ਸਾਡਾ ਜੋ ਕਮਿਊਨੀਕੇਸ਼ਨ ਕਲਚਰ ਹੈ, ਇਹ ਜੋ ਨਵੀਂ ਰੰਗਤ ਲੈ ਰਿਹਾ, ਇਹ 'ਚ ਸਾਰੀਆਂ ਦੇਸ਼ਾਂ ਦੀਆਂ ਬੋਲੀਆਂ ਦੇ ਮਰ ਜਾਣ ਦਾ ਖਤਰਾ। ਇੱਕ ਅਨੁਮਾਨ ਹੈ ਕਿ ਜਦੋਂ ਦੁਨੀਆ ਦੀ ਆਬਾਦੀ 1 ਲੱਖ ਸੀ, ਉਦੋਂ 10 ਲੱਖ ਸੀ, ਉਦੋਂ ਬੋਲੀਆਂ ਦੀ ਗਿਣਤੀ 1 ਲੱਖ ਸੀ। ਅੱਜ ਦੁਨੀਆ ਦੀ ਆਬਾਦੀ 7.5 ਅਰਬ ਹੈ ਤੇ ਬੋਲੀਆਂ ਦੀ ਗਿਣਤੀ 6800, ਬਾਕੀ ਬੋਲੀਆਂ ਮਰ ਗਈਆਂ। ਤੇ ਇਹ ਇਸੇ ਤਰ੍ਹਾਂ ਇਹ ਸਪੀਡ 'ਤੇ ਚੱਲਦੀ ਰਹੀ ਤਾਂ ਬਾਕੀ ਜੋ ਬੋਲੀਆਂ ਉਹ ਮਰ ਜਾਣਗੀਆਂ। ਤੇ ਉਹਨਾਂ ਦਾ ਲੋਕਾਂ ਦਾ, ਉਹਨਾਂ ਜੋ ਹੈਗੇ ਆ ਵਿਦਵਾਨ, ਉਹਨਾਂ ਦਾ ਖਦਸ਼ਾ ਇਹ ਹੈ ਵੀ ਬੜੇ ਥੋੜ੍ਹੇ ਸਮੇਂ 'ਚ 3500 ਬੋਲੀਆਂ ਰਹਿਣਗੀਆਂ, ਉਹ ਵੀ ਆਪਣੀ ਹਿੰਮਤ ਸਦਕੇ, ਜਿਵੇਂ ਜੇ ਕਿਸੇ ਨੇ ਹਿੰਮਤ ਕੀਤੀ। ਪੰਜਾਬੀ ਅਸੀਂ ਇਸ ਸੰਬੰਧ 'ਚ ਬਹੁਤੀ ਹਿੰਮਤ ਨਹੀਂ ਕਰ ਰਹੇ, ਤਾਂ ਮੈਨੂੰ ਥੋੜ੍ਹਾ ਡਰ ਹੈ ਵੀ ਕਿਤੇ ਅਸੀਂ ਵੀ ਉਸ ਸੂਚੀ 'ਚ ਸ਼ਾਮਲ ਨਾ ਹੋ ਜਾਈਏ ਜੇ ਸੂਚੀ 'ਚ ਬਾਕੀ ਹੋ ਗਈ। ਉਹਨਾਂ ਨੌਜਵਾਨਾਂ ਨੂੰ ਜੋ ਲਿਖਦੇ ਆ ਉਹਦੇ ਬਾਰੇ ਜ਼ਰੂਰ ਦੱਸਣਾ। ਇੱਕ ਕਿਸੇ ਨੂੰ ਸੰਦੇਸ਼ ਜਾਂ ਉਦੇਸ਼ ਜਾਂ ਆਪਣੇ ਦੇਣਾ, ਸਿੱਖਿਆ ਦੇਣੀ, ਉਹ ਕੋਈ ਬਹੁਤੀ ਸ਼ੋਭਦੀ ਨਹੀਂ। ਜੇ ਕੋਈ ਦੇਵੇ ਵੀ ਤਾਂ ਉਹਨੂੰ ਐਂ ਜਾਪਦਾ ਵੀ ਮੈਂ ਹਲਕੀ ਜਿਹੀ ਗੱਲ ਕਰ ਰਿਹਾ, ਕਿਸੇ ਨੇ ਮੰਨਣੀ ਹੈ ਨਹੀਂ। ਉਹ ਮਨੁੱਖ ਦਾ ਆਪਣਾ ਤਜਰਬਾ ਵੀ ਜਿਹੜਾ ਉਹਨੂੰ ਨਵੇਂ ਸਿਰਿਓਂ ਨਵੇਂ ਰਾਹਾਂ 'ਤੇ ਤੋਰਦਾ। ਪਰ ਫਿਰ ਵੀ ਜੇ ਇਹ ਨਵੀਂ ਪੀੜ੍ਹੀ ਪੁਰਾਣੇ ਬਜ਼ੁਰਗਾਂ ਵੱਲ ਦੇਖ ਕੇ, ਆਪਣੇ ਜੋ ਵਿਰਾਸਤ ਵਿੱਚ ਬਹੁਤ ਵਧੀਆ ਸ਼ਾਨਦਾਰ ਲਿਖਤਾਂ ਪਈਆਂ, ਉਹਨਾਂ ਵੱਲ ਦੇਖ ਕੇ, ਸਾਡੇ ਇਸ ਵਿਰਾਸਤ ਵਿੱਚ ਸਾਡੇ ਕੋਲ ਬਹੁਤ ਵਧੀਆ ਇੱਕ ਉਦਾਹਰਣ ਹੈ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦੀ ਸੰਚੀ ਵਿੱਚ ਸ਼ਾਮਲ ਹੈ। ਉਸ ਤੋਂ ਲੈ ਕੇ ਹੁਣ ਤੱਕ ਦਾ ਜੋ 20ਵੀਂ ਸਦੀ ਦੇ ਅੰਤ ਤੱਕ ਜਿੰਨਾ ਲਿਖਤਾਂ, ਉਸ ਦੀ ਉਦਾਹਰਣ 'ਤੇ ਜੇ ਨਵੀਂ ਪੀੜ੍ਹੀ ਨੂੰ ਜੋੜਨਾ ਹੋਵੇ ਤਾਂ ਮੈਂ ਇਹ ਜ਼ਰੂਰ ਕਹਾਂਗਾ ਵੀ ਜਿਵੇਂ ਜੇ ਘਰ ਵਾਲੇ ਜਾਂ ਸਕੂਲਾਂ ਵਾਲੇ ਜਿਵੇਂ ਉਹਨਾਂ ਨੂੰ ਦੂਸਰੀ ਸਿੱਖਿਆਵਾਂ ਦਿੰਦੇ ਆ, ਉਸ ਤਰ੍ਹਾਂ ਆਪਣੀ ਮਾਂ ਬੋਲੀ ਨਾਲ ਜੋੜਨ, ਤਾਂ ਕਿ ਉਹ ਆਪਣਾ ਸਾਹਿਤ ਪੜ੍ਹ ਕੇ ਉਹ ਜੋ ਲਿਖਦੇ ਆ ਉਸ ਸਾਹਿਤ ਤੋਂ ਪ੍ਰੇਰਨਾ ਲੈ ਸਕਣ ਔਰ ਉਹਨਾਂ ਵਰਗਾ ਲਿਖਣ ਜਿਸ ਤਰ੍ਹਾਂ ਦਾ ਉਹ ਹੁਣ ਤੱਕ ਜਿਉਂਦਾ ਰਿਹਾ। ਅਤੇ ਜੋ ਕੁਛ ਹੁਣ ਉਹ ਲਿਖ ਰਹੇ ਆ ਉਹਦਾ ਭਵਿੱਖ ਕੋਈ ਬਹੁਤਾ ਉਜਲਾ ਨਹੀਂ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਆਪਣਾ ਵੱਧ ਤੋਂ ਵੱਧ ਪੁਰਾਤਨ ਸਾਹਿਤ ਪੜ੍ਹ ਕੇ ਉਹਦੇ ਆਧਾਰ 'ਤੇ ਆਪਣੇ ਲਿਖਣ ਚੇਤਨਾ ਬਣਾਓ ਔਰ ਉਸ ਹਿਸਾਬ ਨਾਲ ਆਪਣੀਆਂ ਲਿਖਤਾਂ ਨੂੰ ਆਪਣੇ ਕਾਗਜ਼ਾਂ 'ਤੇ ਉਤਾਰੋ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ।